ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਭਈ ਜਾਮਨੀ ਆਨ ਕਰ ਛਾਇਓ ਤਿਮਰ ਮਹਾਨ। ਖਰ ਭਰ ਪਰਿਓ ਵਿਸਾਲ ਤਬ ਜੇ ਜਗ ਅਜਮਤਵਾਨ। ਭਈ ਜਾਮਨੀ ਆਨ ਕਰ ਛਾਇਓ ਤਿਮਰ ਮਹਾਨ। ਖਰ ਭਰ ਪਰਿਓ ਵਿਸਾਲ ਤਬ ਜੇ ਜਗ ਅਜ਼ਮਤਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ
ਕਿਰਪਾ ਨਿਧ ਮਿਹਰਾਮਤਾਂ ਦਾ ਸਾਗਰ, ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਪਾਤਸ਼ਾਹ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਮਹਾਨ ਦਇਆ ਕਿਰਪਾ ਦੇ ਸਦਕਾ ਕਲਯੁਗ ਦੇ ਸਮੇਂ ਅੰਦਰ ਨਾਮ ਰਸ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਅੰਮ੍ਰਿਤ ਰੂਪ ਗਾਥਾ ਆਪਾਂ ਸਰਵਣ ਕਰਦਿਆਂ ਹੋਇਆਂ ਆਪਣੇ ਸਮੇਂ ਨੂੰ ਮਨੁੱਖਾ ਜਾਮੇ ਨੂੰ ਸਫਲ ਬਣਾਇਆ ਹੈ। ਜਥਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਤਿਗੁਰਾਂ ਨੂੰ ਪਾਪੀ ਚੰਦੂ ਨਿਰਵੈਰ ਗਰੀਬ ਨਵਾਜ ਜੀਆਂ ਦੇ ਨਾਲ ਵੈਰ ਕਰਦਾ ਹੋਇਆ ਆਪਣੀ ਹਵੇਲੀ ਵਿੱਚ ਕੈਦ ਕਰਕੇ ਰੱਖਿਆ। 5 ਸਿੱਖਾਂ ਨੂੰ ਡਿਉੜੀ ਵਿੱਚ ਕੈਦ ਕੀਤੀ ਔਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਵਾਰ-ਵਾਰ ਪੁੱਛਦਾ ਹੈ ਕਿ ਮੇਰੀ ਪੁੱਤਰੀ ਦਾ ਰਿਸ਼ਤਾ ਹਰਗੋਬਿੰਦ ਸਾਹਿਬ ਵਾਸਤੇ ਕਬੂਲ ਕਰੋਗੇ, ਨਹੀਂ ਤਾਂ ਮੈਂ ਬਹੁਤ ਦੁੱਖ ਦੇਵਾਂਗਾ, ਕਿਉਂਕਿ ਮੈਨੂੰ ਕੁੱਤਾ ਆਖਿਆ ਹੈ ਅਤੇ ਹੁਣ ਕੁੱਤੇ ਵਾਂਗੂ ਤੁਹਾਡੀ ਗੈਲ ਪਵਾਂਗਾ, ਪਿੱਛੇ ਪਵਾਂਗਾ। ਸਤਿਗੁਰਾਂ ਨੂੰ ਸਾਧ ਸੰਗਤ ਦੀ ਇਸ ਪਾਪੀ ਨੇ ਭੁੱਖਿਆਂ ਰੱਖਿਆ, ਪਾਣੀ ਦੇ ਦੇਗੇ ਵਿੱਚ ਉਬਾਲਿਆ ਗਿਆ, ਚਿੱਕੜ ਦੇ ਵਿੱਚ ਕੰਬਲ ਪੈਦਾ ਹੁੰਦਾ ਹੈ। ਚੰਦੂ ਬਹੁਤ ਵੱਡਾ ਪਾਪੀ ਜੱਗ ਜਾਣਦਾ ਹੈ, ਪਰ ਇਹਦੇ ਘਰ ਵਿੱਚ ਇਹਦੀ ਜਿਹੜੀ ਨੂੰਹ ਹੈ ਉਹ ਕਿਸੇ ਸਿੱਖ ਦੀ ਧੀ ਸੀਗੀ। ਕਿਸੇ ਕਰਮ ਕਰਕੇ ਇਹ ਪਾਪੀਆਂ ਦੇ ਘਰ ਦੇ ਨਾਲ ਸੰਜੋਗ ਬਣ ਗਿਆ। ਜਦੋਂ ਇਹਨੂੰ ਪਤਾ ਲੱਗਿਆ ਵੀ ਮੇਰਾ ਪੇਕਾ ਪਿੰਡ, ਪੇਕੇ ਮੇਰੇ ਭਾਈ, ਮਾਂ ਬਾਪ, ਚਾਚੇ ਤਾਏ ਜੇ ਸਤਿਗੁਰਾਂ ਦੇ ਚਰਨ ਧਿਆਉਂਦੇ ਨਹੀਂ ਥੱਕਦੇ, ਸਿਮਰਦੇ ਨਹੀਂ ਥੱਕਦੇ, ਨਾਮ ਜਪਦੇ ਨਹੀਂ ਥੱਕਦੇ, ਜੇ ਇਸ ਸਤਿਗੁਰਾਂ ਦੀਆਂ ਦਿੱਤੀਆਂ ਬਰਕਤਾਂ ਸਾਡਾ ਪਿਛਲਾ ਸਾਰਾ ਪਰਿਵਾਰ ਭੋਗਦਾ ਹੈ। ਇਹੋ ਜਿਹੇ ਨਿਰਵੈਰ ਸਤਿਗੁਰਾਂ ਦਾ ਵੈਰੀ ਜਿਹੜਾ ਬਣਿਆ ਉਹ ਮੇਰਾ ਸਹੁਰਾ ਲੱਗਦਾ ਹੈ। ਬਹੁਤ ਦੁੱਖ ਹੋਇਆ ਅਤੇ ਰਹਿ ਨਾ ਹੋਇਆ। ਸ਼ਰਬਤ ਘੋਲ ਕੇ ਚੰਦੂ ਦੀ ਨੂੰਹ ਜਿਹੜੇ ਕੋਈ ਸਿਪਾਹੀ ਰਾਖੀ ਕਰਨ ਵਾਲੇ ਸਤਿਗੁਰਾਂ ਦੇ ਪਾਸ ਉਹਨਾਂ ਨੂੰ ਗਹਿਣੇ ਦੇ ਕਰਕੇ ਅਤੇ ਗਰੀਬ ਨਵਾਜ ਮਹਾਰਾਜ ਨੂੰ ਸ਼ਰਬਤ ਅਤੇ ਪ੍ਰਸ਼ਾਦਾ ਛਕਾਉਣ ਵਾਸਤੇ ਪਹੁੰਚੀ। ਹਜ਼ੂਰ ਮਹਾਰਾਜ ਨੇ ਕਹਿ ਕੇ ਨਾ ਕਰ ਦਿੱਤੀ ਕਿ ਪੁੱਤਰੀ, ਅਸੀਂ ਚੰਦੂ ਦੇ ਘਰ ਦਾ ਦਾਣਾ ਪਾਣੀ ਜਿਹੜਾ ਨਾ ਉਹ ਤਿਆਗਿਆ ਹੋਇਆ ਹੈ, ਅਸੀਂ ਇਸ ਅਣਚਾਰੀ ਦੇ ਘਰ ਦਾ ਛਕਾਂਗੇ ਨਹੀਂ, ਕੁਝ ਅਸੀਂ ਪ੍ਰਣ ਕੀਤਾ ਹੈ। ਇਹਨੇ ਬੇਨਤੀ ਕੀਤੀ, ਮਹਾਰਾਜ ਮੇਥੋਂ ਕੀ ਪਿੱਛੇ ਪਾਪ ਹੋਇਆ ਵੀ ਪੇਕਾ ਪਿੰਡ ਮੇਰਾ ਸਿੱਖ ਹੈ, ਇੱਥੇ ਮੈਂ ਇਹੋ ਜਿਹੇ ਕਾਫਰਾਂ ਦੇ ਘਰ ਵਿੱਚ ਆ ਗਈ ਹਾਂ, ਰਿਸ਼ਤਾ ਮੇਰਾ ਇੱਥੇ ਹੋਇਆ ਹੈ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ, ਪੁੱਤਰੀ ਬਸ ਜਿੰਨਾ ਕਸ਼ਟ ਚੱਲਣਾ ਚੱਲ ਲਿਆ ਹੈ, ਮਲੇਸ਼ਾਂ ਨਾਲ ਜਾਂ ਪਾਪੀਆਂ ਨਾਲ ਜਿੰਨਾ ਤੇਰਾ ਸੰਬੰਧ ਲਿਖਿਆ ਸੀ, ਕੋਈ ਕਰਮ ਕਰਕੇ ਉਹ ਪੂਰਾ ਹੋ ਚੁੱਕਾ ਹੈ ਅਤੇ ਤੂੰ ਇਹਨਾਂ ਦੇ ਘਰ ਦੇ ਵਿੱਚ ਰਹਿਣ ਦੇ ਯੋਗ ਨਹੀਂ, ਜਾਂ ਇਹ ਘਰ ਤੇਰੇ ਰਹਿਣ ਦੇ ਯੋਗ ਨਹੀਂ ਹੈ। ਇਸ ਲਈ ਸਾਡੇ ਨਾਲ ਹੀ ਤੂੰ ਆਪਣਾ ਸਰੀਰ ਤਿਆਗ ਦੇਣਾ, ਭੇਦ ਹੋ ਜਾਣਾ, ਤੈਨੂੰ ਸੱਚਖੰਡ ਲੈ ਕੇ ਜਾਵਾਂਗੇ। ਮਹਾਰਾਜ ਜੀ ਇਸ ਤਰ੍ਹਾਂ ਇਹਦਾ ਬੜਾ ਸਤਿਗੁਰਾਂ ਨੇ ਆਇਆਂ ਦਾ ਸਤਿਕਾਰ ਕੀਤਾ, ਕਹਿ ਲਓ ਬੜੀ ਬਖਸ਼ਿਸ਼ ਕੀਤੀ, ਦਇਆ ਵੰਡੀ ਮਹਾਰਾਜ ਜੀਆਂ ਨੇ, ਕਿਰਪਾ ਕੀਤੀ ਹੈ। ਉਸ ਤੋਂ ਬਾਅਦ ਸਾਧ ਸੰਗਤ ਜੀ
ਰਾਤ ਤੋਂ ਬਾਅਦ ਦਿਨ ਚੜ੍ਹਿਆ ਹੈ। ਚੰਦੂ ਪਾਪੀ ਫਿਰ ਸਤਿਗੁਰਾਂ ਦੇ ਪਾਸ ਆ ਕਰਕੇ ਇੱਕੋ ਹੀ ਗੱਲ ਪੁੱਛਦਾ ਹੈ ਵੀ ਮੈਨੂੰ ਜਵਾਬ ਦਿਓ ਵੀ ਲੱਕੜਾਂ ਇਕੱਠੀਆਂ ਕਰਾਂ ਕਿ ਧੀ ਦੇ ਵਿਆਹ ਵਾਸਤੇ ਰਸਤਾਂ ਇਕੱਠੀਆਂ ਕਰਾਂ। ਭਾਵ ਵੀ ਹਰਗੋਬਿੰਦ ਸਾਹਿਬ ਵਾਸਤੇ ਰਿਸ਼ਤਾ ਮਨਜ਼ੂਰ ਹੈ ਮੇਰੀ ਪੁੱਤਰੀ ਦਾ ਕਿ ਨਹੀਂ। ਸਤਿਗੁਰੂ ਕੁਝ ਨਹੀਂ ਬੋਲਦੇ ਮਹਾਰਾਜ, ਕਿਉਂਕਿ ਸਤਿਗੁਰਾਂ ਜੋ ਕਹਿਣਾ ਸੀ ਕਹਿ ਚੁੱਕੇ ਹੈ। ਫਿਰ ਇਹ ਪਾਪੀ ਚੰਦੂ ਕਹਿੰਦਾ ਮਹਾਰਾਜ ਵੇਖਿਆ ਜੇ ਮੈਂ ਇਹੋ ਜਿਹੀ ਹਾਲਤ ਕਰਾਂਗਾ, ਪਹਿਲਾਂ ਤੁਹਾਨੂੰ ਮਰਵਾਵਾਂਗਾ, ਤਸੀਹੇ ਦੇ ਦੇ ਕੇ ਫਿਰ ਤੁਹਾਡਾ ਘਰ-ਬਾਰ ਸਾਰਾ ਜ਼ਬਤ ਕਰ ਲਵਾਂਗਾ। ਪੁੱਤ ਤੁਹਾਡੇ ਹਰਗੋਬਿੰਦ ਸਾਹਿਬ ਨੂੰ ਵੀ ਮੈਂ ਕੈਦ ਕਰਵਾ ਦੇਵਾਂਗਾ, ਫਾਹੀ ਲਵਾਵਾਂਗਾ, ਪਰਿਵਾਰ ਸਾਰੇ ਨੂੰ ਫਾਹੀ ਦੇ ਕੇ ਮਾਰਾਂਗਾ। ਇਸ ਤਰ੍ਹਾਂ ਦੇ ਬਚਨ ਕਹੇ। ਨਾਲ ਹੀ ਸਾਧ ਸੰਗਤ ਜੀ ਆਪਣੇ ਸਿਪਾਹੀਆਂ ਨੂੰ ਇਸ਼ਾਰਾ ਕਰਕੇ ਰੇਤਾ ਮੰਗਾ ਲਿਆ, ਗਰਮ ਤੱਤਾ, ਜਿਵੇਂ ਆ ਕੱਕਾ ਰੇਤਾ ਹੈ, ਇਹਨੂੰ ਲੱਕੜਾਂ ਸੁੱਟ ਕੇ ਹੋਰ ਤਪਾਇਆ ਗਿਆ। ਫਿਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਬ 'ਤੇ ਚੰਦੂ ਸਿਪਾਹੀਆਂ ਨੂੰ ਕਹਿੰਦਾ ਕਿ ਫੜ ਕੇ ਇਹਦੇ ਉੱਪਰ ਬਿਠਾਓ, ਫਿਰ ਵੇਖਦੇ ਇਹਨਾਂ ਦਾ ਸਿਦਕ ਡੋਲਦਾ ਕਿ ਨਹੀਂ ਡੋਲਦਾ। ਸੱਚੇ ਪਾਤਸ਼ਾਹ ਆਪ ਹੀ ਰੇਤੇ ਉੱਪਰ ਬੈਠ ਰਹੇ ਹੈ। ਨਾਲ ਹੀ ਬਚਨ ਕਹਿ ਰਹੇ ਵੀ ਚੰਦੂ ਜਿਹੜਾ ਕੁਝ ਕਰ ਰਹੇ ਹਾਂ ਕਰ ਲੈ, ਇਸੇ ਨੇ ਤੇਰੀਆਂ ਜੜ੍ਹਾਂ ਪੁੱਟਣੀਆਂ ਹਨ, ਇਸੇ ਨੇ ਤੇਰੀ ਕੁੱਲ ਦਾ ਨਾਸ਼ ਕਰਨਾ ਹੈ। ਤੂੰ ਵਾਂਸ ਵਰਗਾ ਆਪ ਵੀ ਸੜਨਾ ਅਤੇ ਨਾਲ ਕੁੱਲ ਵੀ ਘਾਤੀ ਕਰੇਂਗਾ। ਵਾਂਸ ਨੂੰ ਕੁੱਲ ਘਾਤੀ ਕਹਿੰਦੇ ਆ। ਜਿਵੇਂ ਵਾਂਸ ਆਪ ਸੜਦਾ, ਲੱਕੜਾਂ ਜੰਗਲ ਵੀ ਸੜ ਦਿੰਦਾ ਹੈ। ਬੇਦੋਸ਼ਾ ਤੂੰ ਚੰਦੂ ਆਪ ਤਾਂ ਮਰਨਾ ਹੀ ਹੈ, ਸੜੇਂਗਾ, ਨਾਲ ਤੇਰੀ ਕੁੱਲ ਦਾ ਵੀ ਨਾਸ਼ ਹੋਵੇਗਾ, ਕਿਉਂਕਿ ਤੇਰੇ ਵਰਗੇ ਕੁੱਲ ਘਾਤੀ ਜਿਹੜੀ ਕੁੱਲ 'ਚ ਪੈਦਾ ਹੁੰਦੇ ਕੁੱਲ ਦਾ ਨਾਸ਼ ਕਰ ਦਿੰਦੇ ਹੈ। ਇਸ ਤਰ੍ਹਾਂ ਮਹਾਰਾਜ ਨੇ ਆਖਿਆ ਕਿ ਅੰਤਲੇ ਸਮੇਂ ਕਮੌਤੇ ਮਰੇਂਗਾ, ਕੁੱਤੇ ਦੀ ਮੌਤੇ ਮਰੇਂਗਾ। ਬਚਨ ਕੀਤੇ। ਸਤਿਗੁਰੂ ਜੀ ਨੂੰ ਰੇਤਾ 'ਤੇ ਖੜਿਆਂ ਵੇਖ ਕੇ ਭਾਈ ਪੁਰਾਣਾ ਜੀ, ਭਾਈ ਲੰਗਾ ਜੀ ਇੱਕੋ ਵਾਰੀ ਪੈਰਾਂ ਭਾਰ ਦੌੜੇ ਆ, ਹੱਥ ਪੈਰ ਬੰਨ੍ਹੇ ਹੋਏ ਇਹਨਾਂ ਦੇ, ਅਤੇ ਉੱਚੀ ਆਵਾਜ਼ ਵਿੱਚ ਆਖਿਆ ਮਹਾਰਾਜ ਸਤਿਗੁਰੂ ਜੀ ਤੁਹਾਡੇ ਕੋਮਲ ਚਰਨਾਂ ਵਿੱਚ ਕਿਉਂ ਛਾਲੇ ਪੈਣ, ਅਸੀਂ ਆਪਦੇ ਸਰੀਰ ਤੁਹਾਡੇ ਚਰਨੀ ਅਰਪਣ ਕਰ ਦਈਏ, ਤੁਹਾਡੇ ਚਰਨ ਸਾਡੇ ਸਰੀਰਾਂ 'ਤੇ ਟਿਕ ਜਾਣ ਪਾਤਸ਼ਾਹ ਜੀ, ਅਤੇ ਤੁਸੀਂ ਸਾਡੇ ਸਰੀਰ ਦੇ ਉੱਪਰ ਖੜ੍ਹ ਲਓ, ਸਰੀਰ ਸਾਡੇ ਲੇਖੇ ਲੱਗ ਜਾਣਗੇ, ਸਾਡਾ ਵੀ ਕਲਿਆਣ ਹੋ ਜਾਵੇਗਾ। ਇਸ ਤਰ੍ਹਾਂ ਦੇ ਬਚਨ ਕੀਤੇ। ਭਾਈ ਕਲਿਆਣਾ, ਭਾਈ ਲੰਗਾ ਜੀ ਵਰਗਿਆਂ ਸਿਪਾਹੀਆਂ ਕੁੱਟਿਆ ਮਾਰਿਆ। ਹਜ਼ੂਰ ਨੇ ਆਖਿਆ ਜਦੋਂ ਸਾਰਾ ਕੁਝ ਅਸੀਂ ਖੁਦ ਕਰ ਰਹੇ ਹਾਂ, ਤੁਹਾਨੂੰ ਕੀ ਜ਼ਰੂਰਤ ਪੈ ਗਈ ਹੈ ਇਹੋ ਜਿਹੇ ਬਚਨ ਜਾਂ ਉੱਦਮ ਕਰਨ ਦੀ। ਚੁੱਪ ਕਰਕੇ ਉਸ ਕਰਤਾਰ ਅਕਾਲ ਪੁਰਖ ਪਰਮੇਸ਼ਰ ਦੇ ਕੌਤਕ ਵੇਖੋ। ਤੋ ਇਸ ਤਰ੍ਹਾਂ ਬਚਨ ਕੀਤੇ ਸਨ। ਤੋ ਜਿਵੇਂ ਸਾਧ ਸੰਗਤ ਜੀ ਮਹਾਰਾਜ ਦੇ ਫਿਰ ਸ਼ੀਸ਼ ਵਿੱਚ ਰੇਤਾ ਪਾਇਆ ਹੈ ਪਾਪੀ ਨੇ, ਉਹ ਕੱਲ੍ਹ ਆਪਾਂ ਪ੍ਰਸੰਗ ਸੁਣਿਆ ਹੈ। 2 ਪਹਿਰ 6 ਘੰਟੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਤੱਤੀ ਰੇਤ 'ਤੇ ਬਿਠਾਇਆ, ਸੀਸ ਵਿੱਚ ਰੇਤਾ ਪਾਇਆ। ਭਾਵੇਂ ਮਹਾਰਾਜ ਪਰਮੇਸ਼ਰ ਸਰੂਪ ਹੈ, ਪਰ ਸਰੀਰ ਮਨੁੱਖ ਦੇ ਦਾ ਜਿੰਨਾ ਕੁ ਸੁਭਾਅ ਹੁੰਦਾ ਉਹ ਮਹਾਰਾਜ ਉਵੇਂ ਹੀ ਪੂਰਾ ਕਰ ਰਹੇ ਹੈ। ਤੱਤੀ ਰੇਤ ਪੈਣ ਨਾਲ ਮਨੁੱਖ ਦਾ ਹਰੇਕ ਦੇਹੀ ਜਿਹੜੀ ਛਾਲਿਆਂ ਸਹਿਤ ਹੋ ਜਾਂਦੀ ਹੈ। ਉਹ ਸਰੀਰ ਦੇ ਵਿੱਚ ਤਾਂ ਪਰਮੇਸ਼ਰ ਲੁਕਿਆ ਹੋਇਆ ਹੈ, ਪਰ ਸਰੀਰ ਤਾਂ ਮਨੁੱਖਾ ਹੀ ਹੈ। ਸੱਚੇ ਪਾਤਸ਼ਾਹ ਜੀਆਂ ਨੇ ਉਹ ਆਪ ਹੀ ਕੌਤਕ ਕੀਤਾ। ਸਰੀਰ 'ਤੇ ਫਲੂਏ ਨਿਕਲ ਆਏ, ਥੋੜ੍ਹੇ ਬਿੰਦੀਆਂ ਦੀਆਂ ਬਣ ਗਈਆਂ ਲਾਲ ਸੁਰਖ ਪਾਣੀ ਦੀਆਂ। ਸਾਰਾ ਸਰੀਰ ਉਹਨਾਂ ਛਾਲਿਆਂ ਦੇ ਨਾਲ ਭਰ ਚੁੱਕਾ ਹੈ। ਸੱਚੇ ਪਾਤਸ਼ਾਹ ਮਹਾਰਾਜ ਫਿਰ ਵੀ ਐਨ ਇੱਕ ਰਸ ਸ਼ਾਂਤ ਚਿੱਤ ਹੈ। ਦੇਵੀ ਦੇਵਤੇ ਹਜ਼ੂਰ ਦੀ ਆ ਕੇ ਸੋਭਾ ਕਰਦੇ, ਸੋਭਾ ਗਾਉਂਦੇ ਹੈ। ਸੰਸਾਰ ਦੇ ਵਿੱਚ ਬੜੇ ਬੜੇ ਕਰਾਮਾਤੀ ਪੁਰਖ ਹੋਏ ਆ, ਪੀਰ ਪੈਗੰਬਰ ਅਵਤਾਰ ਹੋਏ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਪਰਮੇਸ਼ਰ ਹੁੰਦਿਆਂ ਹੋਇਆਂ ਵੀ ਕਲਾ ਕੋਈ ਕਰਾਮਾਤ ਨਾ ਵਿਖਾਉਣੀ, ਇਹ ਤੁਹਾਨੂੰ ਹੀ ਬਣ ਆਉਂਦੀ ਹੈ। ਜੈਸਾ ਤੂੰ ਤੈਸਾ ਤੁਹੀਂ ਕਿਆ ਉਪਮਾ ਦੀਜੈ। ਕਿਹਦੀ ਮਹਾਰਾਜ ਸੋਭਾ ਤੁਹਾਡੇ ਤੁੱਲ ਹੈ, ਤੁਹਾਨੂੰ ਕਿਹਦਾ ਪ੍ਰਮਾਣ ਦਈਏ ਵੀ ਤੁਸੀਂ ਇਹੋ ਜਿਹੇ ਹੋ, ਤੁਹਾਡੇ ਵਰਗਾ ਕੋਈ ਨਹੀਂ, ਇਕੱਲੇ ਤੁਸੀਂ ਹੋ। ਤੋ ਅੱਗੇ ਜਿਵੇਂ ਸਾਧ ਸੰਗਤ ਜੀ ਫਿਰ ਤਪਦੀ ਹੋਈ ਲੋਹ, ਸਤਿਗੁਰਾਂ ਨੂੰ ਇਸ ਲੋਹ ਉੱਪਰ ਬਿਠਾਇਆ ਗਿਆ। ਜਿਵੇਂ ਗਰੀਬ ਨਵਾਜ ਮਹਾਰਾਜ ਜੀਆਂ ਨੇ ਬਚਨ ਸਤ ਕੀਤੇ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਬ੍ਰਹਮ ਗਿਆਨੀ ਦੀ ਕੈਸੀ ਅਵਸਥਾ ਹੁੰਦੀ ਹੈ,
ਉਹ ਸਾਰੇ ਬਚਨ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਵੇਂ ਅੱਜ ਸੱਚ ਕਰਕੇ ਵਿਖਾਉਂਦੇ ਆ। ਚਿੱਤ ਬਿਰਤੀ ਨੂੰ ਇਕਾਗਰ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਉਂਦੇ ਹੋਏ ਸਭ ਸੰਗਤ ਰਸਨਾ ਕਰੋ ਪਵਿੱਤਰ। ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਈ ਜਾਮਨੀ ਆਨ ਕਰ। ਕਵੀ ਜੀ ਕਹਿੰਦੇ ਰਾਤ ਹੋ ਗਈ ਹੈ। ਸਾਰਾ ਦਿਨ ਪਾਤਸ਼ਾਹ ਬਾਹਰ ਨੂੰ 2 ਪੈਰ ਰੇਤੇ ਤੇ ਬਿਠਾ ਕੇ ਰੱਖਿਆ। ਸੀਸ ਵਿੱਚ ਇਹਨਾਂ ਪਾਪੀਆਂ ਨੇ ਜਲਾਦਾਂ ਪਾਸੋਂ ਰੇਤ ਪਵਾਈ ਪਾਤਸ਼ਾਹ ਜੀ ਦੇ। ਤੋਂ ਸਾਰਾ ਸਰੀਰ ਛਾਲਿਆਂ ਨਾਲ ਭਰ ਗਿਆ ਹੈ। ਤਕਾਲਾਂ ਹੋ ਗਈਆਂ। ਇੰਨੇ ਨੂੰ ਰਾਤ ਪੈ ਗਈ। ਅੱਜ ਵੀ ਮਹਾਰਾਜ ਨੂੰ ਨਾ ਛਕਣ ਨੂੰ ਜਲ ਦਿੱਤਾ ਹੈ ਅਤੇ ਨਾ ਹੀ ਹਜ਼ੂਰ ਨੂੰ ਪ੍ਰਸ਼ਾਦਾ ਦਿੱਤਾ ਗਿਆ ਹੈ, ਨਾ ਬਰਾਜਣ ਦਿੱਤਾ ਜਾ ਰਿਹਾ ਹੈ। ਇਹ ਰਾਤ ਵੀ ਆਣ ਪੈ ਗਈ ਹੈ। ਛਾਇਓ ਤਿਮਰ ਮਹਾਨ। ਤੇ ਮਹਾਨ ਹਨੇਰਾ ਛਾ ਗਿਆ। ਬਹੁਤ ਕਾਲੀ ਬੋਲੀ ਰਾਤ ਪਈ ਹੈ ਅੱਜ ਦੀ, ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਤਸੀਹੇ ਹੋ ਰਹੇ ਹਨ। ਹਰ ਪਰ ਪਰਿਓ ਵਿਸ਼ਾਲ ਤਬ। ਇੰਨੇ ਨੂੰ ਕਹਿੰਦੇ ਬਹੁਤ ਭਾਰੀ ਘਬਰਾਹਟ ਖਲਬਲੀ ਜਿਹੜੀ ਵੈ ਭੱਜ ਨੱਠ ਭੱਜ ਦੌੜ ਮਚ ਚੁੱਕੀ ਹੈ। ਜੇ ਜਗ ਅਜਮਤਵਾਨ। ਕਿਰਨਾਂ 'ਚ ਭੱਜ ਦੌੜ ਮੱਚੀ ਹੈ। ਕਵੀ ਜੀ ਕਹਿੰਦੇ ਸੰਸਾਰ ਵਿੱਚ ਜਿੰਨੇ ਪੀਰ ਪੈਗੰਬਰ ਸਿੱਧ ਰਿਸ਼ੀ ਮੁਨੀ ਜਿੰਨੇ ਵੀ ਤਾਕਤ ਵਾਲੇ ਕੋਈ ਸ਼ਕਤੀ ਰੱਖਣ ਵਾਲੇ ਸੀ ਨਾ, ਜਿਨ੍ਹਾਂ ਦੇ ਵਿੱਚ ਕਰਾਮਾਤ ਹੈ ਸੰਸਾਰ ਵਿੱਚ, ਸਿੱਧੀਆਂ ਨਿਧੀਆਂ ਜਿਨ੍ਹਾਂ ਕੋਲ ਹੈ, ਉਹਨਾਂ ਸਾਰਿਆਂ ਦੇ ਵਿੱਚ ਬੜੀ ਖਲਬਲੀ ਮਚ ਗਈ। ਮਹਾਰਾਜ ਤਾਂ ਐਡਾ ਸਬਰ ਸੰਤੋਖ, ਮਹਾਰਾਜ ਦਾ ਐਡਾ ਜਿਹੜਾ ਵਾ ਨੇਮ ਵੇਖ ਕਰਕੇ, ਸਤਿਗੁਰਾਂ ਦੇ ਐਡੀ ਹਿਰਦੇ 'ਚ ਸ਼ਾਂਤੀ ਵੇਖ ਕਰਕੇ ਖਲਬਲੀ ਮਚ ਚੁੱਕੀ ਹੈ। ਚੌਪਈ ਚੱਲ ਆਇਓ ਤਬ ਗੋਰਖਨਾਥ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ, ਕਿਉਂਕਿ ਕਰਾਮਾਤਾਂ ਤਾਂ ਸਾਰਿਆਂ ਕੋਲ ਆ, ਜੋਗੀਆਂ ਕੋਲ ਵੀ ਕਰਾਮਾਤਾਂ ਸੀ। ਜਿਹੜੇ 84 ਸਿੱਧ ਸੀਗੇ, ਗੋਰਖਨਾਥ ਇਹਨਾਂ ਸਾਰਿਆਂ ਦਾ ਗੁਰੂ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਦਾ ਹੈ। ਅਤੇ ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ। ਸਿੱਧ 84 ਲੈ ਕਰ ਸਾਥ। ਨਾਲ ਇਹਦੇ ਚੇਲੇ 84 ਸਿੱਧ ਹੋਰ ਵੀ ਜੋਗੀ ਨਾਲ ਹਨ। ਮਚਿੰਦਰਨਾਥ, ਭੰਗਰਨਾਥ, ਝੰਗਰਨਾਥ ਵਰਗੇ ਹੈ। ਮੁਰਛਿਤ ਕੀਨ ਸਿਪਾਹੀ ਸਾਰੇ। ਇਹਨਾਂ ਆਪਦੀ ਕਲਾ ਸਿੱਧੀ ਨਿਧੀ ਦੇ ਨਾਲ ਸਾਰੇ ਹੀ ਸਿਪਾਹੀ ਜਿਹੜੇ ਆ ਮੂਰਛਿਤ ਕਰ ਦਿੱਤੇ, ਉਹਨਾਂ ਨੂੰ ਬੇਹੋਸ਼ ਕਰ ਦਿੱਤਾ ਹੈ ਵੀ ਸਾਨੂੰ ਕੋਈ ਵੇਖ ਨਾ ਸਕੇ। ਦੇਖ ਆਦੇਸ਼ ਆਦੇਸ਼ ਉਚਾਰੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਚੌਂਕੜੇ 'ਚ ਬੈਠਿਆਂ ਵੇਖ ਕੇ ਅੱਜ ਚੌਥੇ ਪੰਜਵੇਂ ਦਿਨ ਸਾਰੇ ਸਰੀਰ 'ਤੇ ਛਾਲੇ ਹੋਏ ਹੈ। ਤੇ ਗਰੀਬ ਨਵਾਜ ਮਹਾਰਾਜ ਨੂੰ ਐਨ ਸ਼ਾਂਤ ਚਿੱਤ ਖਿੜੇ ਸੁਰਖਰੂ ਚਿਹਰੇ ਸਹਿਤ ਵੇਖਿਆ ਤੇ ਜੋਗੀਆਂ ਤੋਂ ਰਹਿ ਨਾ ਹੋਇਆ, ਚਰਨੀ ਡਿੱਗ ਪਏ। ਆਦੇਸ਼ ਪਾਤਸ਼ਾਹ, ਆਦੇਸ਼। ਨਮਸਕਾਰ, ਨਮਸਕਾਰ ਗੁਰੂ ਅਰਜਨ ਦੇਵ ਪਾਤਸ਼ਾਹ, ਤੁਹਾਨੂੰ ਨਮਸਕਾਰ ਹੈ। ਸਨਮੁਖ ਖੜੋ ਹੋਏ ਕਰ ਬੋਲਾ। ਫਿਰ ਜਿਹੜਾ ਜੋਗੀ ਇਹ ਹੈ ਗੋਰਖਨਾਥ, ਸਾਹਮਣੇ ਮਹਾਰਾਜ ਦੇ ਖੜਾ ਹੋ ਕਰਕੇ ਹੱਥ ਜੋੜ ਲਏ, ਬੋਲਿਆ ਹੈ। ਦਿੜ ਨਿਸਚਾ ਔਰ ਅਧਿਕ ਅਡੋਲਾ। ਮਹਾਰਾਜ ਤੁਹਾਡਾ ਤਾਂ ਨਿਸ਼ਚਾ ਹਿਰਦੇ ਦਾ ਬੜਾ ਹੀ ਅਡੋਲ ਹੈ। ਤੁਸੀਂ ਤਾਂ ਜਿਹੜਾ ਸ਼ਾਂਤੀ ਧਾਰ ਕੇ ਆਏ ਸੀ ਵੀ ਸ਼ਾਂਤੀ ਦੇ ਪੁੰਜ ਆਇਆ ਕਿ ਗੁਰੂ ਅਰਜਨ ਦੇਵ ਜੀ, ਉਹ ਇਕੱਲੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਸ਼ਾਂਤ ਨਹੀਂ ਰਹੇ, ਉਹ ਤਾਂ ਤੱਤੇ ਰੇਤੇ 'ਤੇ ਬਹਿ ਕੇ ਵੀ ਸ਼ਾਂਤ ਹੈ। ਪਾਤਸ਼ਾਹ ਧੰਨ ਤੁਸੀਂ, ਅਤੇ ਤੁਹਾਡਾ ਨਿਸ਼ਚਾ ਜਿਹੜਾ ਨਾ ਟੀਚਾ ਨਿਸ਼ਚਿਆ ਹੋਇਆ ਜਿਹੜਾ ਮਹਾਰਾਜ, ਉਹ ਵੀ ਡੋਲਣ ਤੋਂ ਰਹਿਤ ਹੈ। ਤੁਸੀਂ ਡੋਲੇ ਨਹੀਂ ਹੋ। ਅਜਰ ਜਰਨ ਤੁਮ ਸਾਮਨਹਿ ਆਨ। ਤੁਹਾਡੇ 'ਚ ਕਿੰਨੀ ਸ਼ਕਤੀ, ਆਪ ਪਰਮੇਸ਼ਰ ਹੋ ਪਰ ਕਲਾ ਨਹੀਂ ਵਿਖਾਈ ਜਰਾ ਵੀ, ਰਾਈ ਮਾਤਰ ਵੀ। ਇਸ ਲਈ ਪਾਤਸ਼ਾਹ ਜੀ ਸਾਰੇ ਸੰਸਾਰ ਵਿੱਚ ਤੁਹਾਡੇ ਵਰਗਾ ਅਜਰ ਸ਼ਕਤੀ ਨੂੰ ਜਰਨ ਵਾਲਾ ਕੋਈ ਨਹੀਂ। ਸਭ ਕੁਝ ਹੁੰਦਿਆਂ ਸੁਣਦਿਆਂ ਅਤੇ ਸਾਰੇ ਤਸੀਹੇ ਆਪਣੇ ਉੱਪਰ ਝੱਲ ਲਵੇ, ਇਹੋ ਜਿਹਾ ਹੋਰ ਕੋਈ ਜੰਮਿਆ ਨਹੀਂ, ਅਵਤਰਿਆ ਨਹੀਂ ਹੈ। ਹੇਰਤ ਸਗਰੇ ਭਏ ਹੈਰਾਨ। ਤੇ ਮਹਾਰਾਜ ਤੁਹਾਨੂੰ ਵੇਖ ਵੇਖ ਕੇ ਤਾਂ ਦੇਵੀ ਦੇਵਤੇ, 33 ਕਰੋੜ ਦੇਵਤੇ, 9 ਕਰੋੜ ਦੇਵੀ, ਸਭ ਜਤੀ ਸਤੀ ਹੈਰਾਨ ਹੋ ਰਹੇ ਹੈ। ਏ ਤਿਕ ਤਾਪ ਸਹੇ ਨਹਿ ਡੋਲੇ। ਮਹਾਰਾਜ ਕਿੰਨਾ ਤਾਪ ਸਿਆ ਤੁਸੀਂ, ਕਦੇ ਦੇਗੇ 'ਚ ਉਬਾਲੇ ਭੁੱਖੇ ਰੱਖੇ, ਨੀਂਦਰਾ ਚੜਾਇਆ ਜਿਹੜਾ ਹੈ ਉਹ ਜਲ ਨਹੀਂ ਛਕਣ ਦਿੱਤਾ,
ਤੇ ਰੇਤਾ ਸੀਸ ਚ ਪਾਇਆ, ਤੱਤੇ ਰੇਤੇ ਤੇ ਬੈਠੇ ਦੇਗ ਚੋਂ ਵਾਲੇ ਗਏ। ਇੰਨੇ ਕਸ਼ਟ ਸਹਿ ਲਏ ਤੁਸਾਂ ਨੇ, ਇੰਨੇ ਤਾਪ ਸਹਿ ਕਰਕੇ ਵੀ ਡੋਲੇ ਨਹੀਂ ਹੋ। ਨਸਹਿ ਜਗਤ ਜਿਨ ਇੱਕ ਬਚ ਬੋਲੇ। ਮਹਾਰਾਜ ਤੁਹਾਡਾ ਕਿੰਨਾ ਤੁਹਾਡੇ 'ਚ ਬਲ ਹੈ, ਤੁਸੀਂ ਇੱਕ ਬਚਨ ਕਹਿ ਦਿਓ ਤੇ ਸਾਰਾ ਜੱਗ ਜਿਹੜਾ ਤਹਿਸ ਨਹਿਸ ਹੋ ਜਾਵੇ। ਸਭ ਜੱਗ ਜਿਹੜਾ ਮਹਾਂਪਰਲੋ ਦੀ ਭੇਂਟ ਚੜ੍ਹ ਸਕਦਾ ਹੈ। ਤੁਮ ਨਿਜ ਨੇਮ ਨਿਬਾਹਣ ਕਰੋ। ਪਰ ਤੁਸੀਂ ਅੱਜ ਆਪਦਾ ਨੇਮ ਨਿਭਾਉਣਾ ਕੀਤਾ, ਹੱਦ ਹੋ ਗਈ ਪਾਤਸ਼ਾਹ। ਤੁਸੀਂ ਨਿਮਰਤਾ ਦੀ, ਸ਼ਾਂਤੀ ਦੀ ਵੀ ਕੋਈ ਹੱਦ ਹੁੰਦੀ ਹੈ। ਆਪ ਜੀ ਨੇ ਤਾਂ ਸ਼ਾਂਤੀ ਦੀ ਵੀ ਹੱਦ ਕਰ ਦਿੱਤੀ ਹੈ ਪਾਤਸ਼ਾਹ। ਗਰੀਬ ਨਵਾਜ ਤੁਸੀਂ ਆਪਦਾ ਨੇਮ ਜਿਹੜਾ ਨਾ ਉਹ ਨਿਭਾ ਰਹੇ ਹੋ, ਬ੍ਰਹਮ ਗਿਆਨੀ ਦੇ ਵਾਲਾ। ਦੁਸ਼ਟ ਬਿਨਾਸਣ ਇੱਛ ਨ ਧਰੋ। ਮਹਾਰਾਜ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਤੁਸੀਂ ਦੁਸ਼ਟਾਂ ਨੂੰ ਨਾਸ਼ ਕਰਨ ਦੀ ਇੱਛਾ ਨਹੀਂ ਧਾਰੀ। ਭਾਵ ਚਾਹੋ ਤੇ ਤੁਸੀਂ ਇੱਕੋ ਵਾਰੀ ਇਹ ਚੰਦੂ ਵਰਗੇ ਕਿਹਦੇ ਰੱਖੇ ਆ, ਤੁਹਾਡੇ ਅੱਗੇ ਟਿਕਣ ਲੱਗੇ ਕਿਤੇ। ਸੁਲਹੀ ਸੁਲਭੀ ਵਰਗੇ ਵੀ ਤਾਂ ਤੁਸਾਂ ਨੇ ਇਸ ਤਰ੍ਹਾਂ ਹੀ ਚੜ੍ਹਾਈ ਕਰਾ ਦਿੱਤੇ ਸੀ। ਪਰ ਪਾਤਸ਼ਾਹ ਜੀ ਅੱਜ ਜਰੀ ਮਾਤਰ ਵੀ ਕਰਾਮਾਤ ਨਹੀਂ ਵਿਖਾਉਂਦੇ ਹੋ, ਇੱਛਾ ਨਹੀਂ ਕਰਦੇ ਦੁਸ਼ਟਾਂ ਦਾ ਨਾਸ਼ ਕਰਨੇ ਦੀ। ਮੈਂ ਅਬ ਪਾਪੀ ਕੋ ਘਰ ਜੀਤੋ। ਤੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਬੇਸ਼ੱਕ ਨਹੀਂ ਕਰਾਮਾਤ ਵਿਖਾਉਂਦੇ, ਪਰ ਮੈਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਸਿੱਖ ਹਾਂ। ਇਹ ਗੋਰਖਨਾਥ ਕਹਿੰਦਾ ਪਾਤਸ਼ਾਹ ਜੀ ਮਹਾਰਾਜ ਆਪ ਪੰਜਵੇਂ ਧੰਨ ਗੁਰੂ ਨਾਨਕ ਸਾਹਿਬ ਹੋ, ਤੁਸੀਂ ਬੇਸ਼ੱਕ ਕਰਾਮਾਤ ਨਹੀਂ ਵਿਖਾਉਣੀ, ਪਰ ਜਿੰਨੇ ਪਾਪੀ ਮਲੇਸ਼ ਹੈ ਚੰਦੂ ਵਰਗੇ ਹਨ ਮਹਾਰਾਜ ਸਮੇਤ ਘਰ ਦੇ, ਇਹਨਾਂ ਦੇ ਘਰ ਦੇ ਤਾਈ ਅਵਨੀ ਖੰਡ ਉਲਟ ਦਿਓ ਤੇ ਧੋ। ਮੈਂ ਓਨੀ ਧਰਤੀ, ਉਹਨਾਂ ਟੋਟਾ ਜਿੱਥੇ ਚੰਦੂ ਵਰਗਿਆਂ ਦੇ ਘਰ ਹੈ, ਉਹਨਾਂ ਟੋਟਾ ਹੀ ਧਰਤੀ ਨਾਲੋਂ ਤੋੜ ਕੇ ਉਹਨੂੰ ਗਰਕ ਕਰ ਦਿਆਂਗਾ। ਚੰਦੂ ਵਰਗੇ ਸਮੇਤ ਪਰਿਵਾਰ ਦੇ ਗਰਕ ਜਾਵਣਗੇ। ਮਹਾ ਅਵਗਿਆ ਕੋ ਫਲ ਪਾਵੈ। ਜਿਹੜੀ ਤੁਹਾਡੀ ਮਹਾਨ ਅਵਗਿਆ ਕੀਤੀ, ਬੇਪਤੀ ਕੀਤੀ ਹੈ, ਉਹਦਾ ਫਲ ਚੰਦੂ ਪ੍ਰਾਪਤ ਕਰੇਗਾ। ਚਾਹ ਮਹਾਰਾਜ ਹੁਕਮ ਕਰੋ, ਮੈਂ ਥਾਏ ਨਾਸ਼ ਕਰਕੇ ਰੱਖ ਦਿਆਂਗਾ। ਪੁਨ ਜਗ ਮਹਿ ਨਹਿ ਸੰਤ ਦੁਖਾਵੈ। ਇਸ ਤੋਂ ਬਾਅਦ ਕੋਈ ਵੀ ਚੰਦੂ ਵਰਗੀ ਜੁਰਤ ਨਹੀਂ ਕਰੇਗਾ। ਸੰਸਾਰ ਵਿੱਚ ਸੰਤਾਂ ਭਗਤਾਂ ਨਾਮ ਜਪਣ ਵਾਲਿਆਂ ਨੂੰ ਤੰਗ ਨਹੀਂ ਕਰੇਗਾ। ਨਾਹੀਂ ਤਾਂ ਦੁਸ਼ਟ ਹੰਕਾਰੀ ਹੋਏ। ਨਹੀਂ ਤਾਂ ਦੁਸ਼ਟ ਹੰਕਾਰੇ ਜਾਣਗੇ ਵੀ ਪਰਮੇਸ਼ਰ ਨੇ ਸਾਡਾ ਕੀ ਕਰ ਲਿਆ, ਅਸੀਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰ ਦਿੱਤਾ, ਸਾਡਾ ਕੀ ਵਿਗੜ ਗਿਆ। ਇਸ ਤਰ੍ਹਾਂ ਦੁਸ਼ਟ ਪਾਪੀ ਹੋਰ ਹੰਕਾਰੇ ਜਾਣਗੇ, ਕੱਲ ਨੂੰ ਹੋਰ ਸੰਤਾਂ ਭਗਤਾਂ ਨੂੰ ਤੰਗ ਕਰਿਆ ਕਰਨਗੇ। ਦੇਹ ਕਸ਼ਟ ਸੰਤਨ ਸਭ ਕੋ। ਫਿਰ ਤਾਂ ਮਹਾਰਾਜ ਸਾਰੇ ਦੁਖੀ ਤਿੱਖੀ ਸਭ ਸੰਤਾਂ ਭਗਤਾਂ ਨੂੰ ਕਸ਼ਟ ਦਿਆ ਕਰਨਗੇ, ਸਾਰੇ ਸੰਤਾਂ ਨੂੰ ਦੁੱਖ ਕਰ ਦਿਆ ਕਰਨਗੇ। ਨਾਮ ਜਪਣ ਵਾਲਿਆਂ ਦੀ ਬੇਕਦਰੀ ਹੋਵੇਗੀ। ਸ਼੍ਰੀ ਸਤਿਗੁਰ ਸੁਨ ਕਰ ਕਹਿ ਬੈਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਗੋਰਖਨਾਥ ਜੋਗੀ ਦੇ ਬਚਨ ਸੁਣ ਕੇ ਬੋਲੇ ਐ। ਮਨ ਸੰਤਨ ਕੇ ਤਰਾਸ ਰਹਿ ਨਾ। ਮਹਾਰਾਜ ਕਹਿੰਦੇ ਇਹ ਗੋਰਖਨਾਥ ਜਿਹੜੇ ਸ਼ਾਂਤ ਮਨ ਹੁੰਦੇ ਆ, ਉਹਨਾਂ ਸ਼ਾਂਤ ਮਨਾਂ ਦੇ ਅੰਦਰ ਕਦੇ ਵੀ ਕਲਪਨਾ ਨਹੀਂ ਹੁੰਦੀ ਹੈ, ਦੁੱਖ ਨਹੀਂ ਹੁੰਦਾ ਹੈ। ਹਮ ਨੇ ਕਰਨੋ ਹੈ ਅਸ ਖੇਲੇ। ਤੇ ਸੰਤਾਂ ਸ਼ਾਂਤ ਜਿਹੜੀ ਆਤਮਾ, ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਨਹੀਂ ਹੁੰਦਾ ਕਿਸੇ ਦਾ। ਸਾਨੂੰ ਇਹਨਾਂ ਦਾ ਡਰ ਥੋੜਾ ਕੋਈ। ਇਹ ਤਾਂ ਹਮਨੇ ਕਰਨੋ ਹੈ ਅਬ ਖੇਲੇ, ਤਾਂ ਅਸੀਂ ਖੇਲ ਮਚਾ ਰਹੇ ਹਾਂ। ਇਹ ਤਾਂ ਕੇਵਲ ਤੇ ਕੇਵਲ ਅਸੀਂ ਕੌਤਕ ਕਰ ਰਹੇ ਹਾਂ। ਆਪ ਹੀ ਅਸੀਂ ਜਿਹੜਾ ਇਹ ਰਚਨਾ ਰਚੀ ਹੋਈ ਹੈ, ਆਪ ਹੀ ਅਸੀਂ ਖੇਡ ਰਹੇ ਹਾਂ। ਆਏ ਅਪਰ ਕੋ ਬਿਘਨ ਨ ਮੇਲੇ। ਇਹ ਸਾਡਾ ਖੇਡ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਗੋਰਖਨਾਥ ਇਹ ਸਾਡੀ ਖੇਡ ਹੈ ਭਾਈ, ਅਸੀਂ ਖੇਡ ਰਹੇ ਹਾਂ। ਅਸੀਂ ਚਾਹੁੰਦੇ ਹਾਂ ਵੀ ਹੋਰ ਕੋਈ ਸਾਡੀ ਖੇਡ ਵਿੱਚ ਆ ਕੇ ਦਖਲ ਨਾ ਦੇਵੇ, ਹੋਰ ਕੋਈ ਵੀ ਸਾਡੇ ਖੇਡ ਦੇ ਵਿੱਚ ਹਿੱਸਾ ਨਾ ਲਵੇ। ਹੁਣ ਹਾਰ ਪਰ ਨਿਸ਼ਚਾ ਕਰਨੋ। ਬਸ ਹੋਣਹਾਰ ਜਿਹੜਾ ਕੁਝ ਹੋਣਾ ਹੈ, ਪਰਮੇਸ਼ਰ ਜੋ ਕੁਝ ਕਰਦਾ ਹੈ ਉਹਦੇ ਤੇ ਭਰੋਸਾ ਕਰ ਲੈਣਾ ਵੀ ਜੋ ਤੈਂ ਕੀਤਾ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੂੰ ਕਰਦਾ ਉਹੀ ਚੰਗਾ ਹੈ। ਜਿਹੜਾ ਇਹਦੇ ਉੱਪਰ ਨਿਸ਼ਚਾ ਧਰਨਾ, ਪਰਮੇਸ਼ਰ ਦੇ ਭਾਣੇ ਨੂੰ ਮੰਨਣਾ ਹੈ, ਉਹਦੇ ਕੀਤੇ ਹੋਏ ਤੇ ਭਰੋਸਾ ਕਰ ਲੈਣਾ ਹੈ ਵੀ ਇਹੀ ਸਾਡੇ ਵਾਸਤੇ ਭਲਾ ਹੈ। ਇਹ ਸੰਤਨ ਕੋ ਮਤ ਬਰ ਬਰਨੋ। ਗੋਰਖਨਾਥ ਸੰਸਾਰ ਵਿੱਚ ਸੰਤਾਂ ਮਹਾਂਮੁਰਖਾਂ ਦਾ ਇਹ ਮਤਾ ਮੰਨਿਆ ਜਾਂਦਾ। ਇਹ ਸੰਤਾਂ ਭਗਤਾਂ ਦਾ ਇਹ ਸਿਧਾਂਤ ਹੈ ਘਰ ਦਾ। ਲੋਕ ਗਾਥਾ ਸੁਣਾਉਂਦੇ ਵੀ ਸੰਤ ਕੈਸੇ ਹੁੰਦੇ ਹੈ, ਜਿਹੜੇ ਪਰਮੇਸ਼ਰ ਨੇ ਜੋ ਕਰ ਦਿੱਤਾ ਉਹਨੂੰ ਸੱਤ ਕਰਕੇ ਮੰਨ ਲੈਣ, ਇਸੇ 'ਚ ਹੀ ਸਾਡਾ ਭਲਾ ਹੈ। ਜਿਹੜੇ ਇਸ ਤਰ੍ਹਾਂ ਭਰੋਸਾ ਰੱਖਣ ਵਾਲੇ ਹੈ
ਉਹ ਸੰਤ ਕਹਾਉਂਦੇ ਐ। ਸੰਤਾਂ ਦਾ ਮਤਾ ਵਰਨਿਆ ਜਾਂਦਾ, ਆਖਿਆ ਜਾਂਦਾ ਹੈ। ਇਹੀ ਬਾਤ ਅਬ ਦੇ ਕਰ ਜਾਵੋ। ਤੇ ਅਸੀਂ ਇਹ ਗੱਲ ਸੰਸਾਰ ਨੂੰ ਦੇ ਕੇ ਜਾਣੀ ਹੈ। ਇਹ ਬਚਨ ਅਸੀਂ ਸੰਸਾਰ ਨੂੰ ਦੇ ਕੇ ਜਾਵਾਂਗੇ ਵੀ ਸੰਤ ਸੰਤ ਕਹਾਉਂਦੇ ਬੜੇ ਐ, ਪਰ ਸੰਤ ਹੁੰਦਾ ਕੀ ਹੈ ਉਹ ਵੇਖਣਾ ਕਰੋ। ਸੰਸਾਰ ਇਹ ਸੰਤ ਦੇ ਗੁਣ ਵੇਖੇਗਾ, ਸਾਡਾ ਕੌਤਕ ਵੇਖ ਵੇਖ ਕੇ। ਤਨ ਹੰਤਾ ਧਰ ਨਹੀਂ ਡੁਲਾਵੋ। ਤੋ ਅਸੀਂ ਸੰਸਾਰ ਨੂੰ ਦੱਸਾਂਗੇ ਵੀ ਸਰੀਰ ਦੀ ਹੰਗਤਾ ਨਹੀਂ ਧਾਰਨੀ ਚਾਹੀਦੀ। ਕੱਲਾ ਦੱਸਾਂਗੇ ਨਹੀਂ, ਪੂਰਨੇ ਵੀ ਪਾਵਾਂਗੇ। ਤੇ ਕਦੇ ਮਨ ਨਹੀਂ ਡਲਾਉਣਾ ਚਾਹੀਦਾ। ਸਰੀਰ ਤਾਂ ਨਾਸ਼ਵੰਤ ਹੈ, ਤੇ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਕਦੇ ਜ਼ੁਲਮ ਦੀ ਪਾਪ ਦੀ ਹਾਮੀ ਨਹੀਂ ਭਰਨੀ। ਨਾਸ਼ਵੰਤ ਹੈ ਸਰੀਰ, ਅੱਜ ਹੈ ਕੱਲ ਨਹੀਂ ਹੈ, ਇੱਕ ਨਾ ਇੱਕ ਦਿਨ ਇਹ ਤਾਂ ਜਿਹੜੀ ਜਿੰਦ ਹੈ ਤਾਂ ਉਸ ਅੱਲਾ ਦੀ ਅਮਾਨਤ ਹੈ, ਇਹ ਉਹਨੇ ਲੈ ਜਾਣੀ ਇੱਕ ਨਾ ਇੱਕ ਦਿਨ। ਪਰ ਜਾਨ ਬਚਾਉਣ ਦੀ ਖਾਤਰ, ਸਰੀਰ ਰੱਖਣ ਦੀ ਖਾਤਰ, ਨਾਸ਼ਵੰਤ ਸਾਂਭਣ ਵਾਸਤੇ ਪਾਪ ਦੀ ਹਾਮੀ ਭਰਨੀ। ਮਹਾਰਾਜ ਕਹਿੰਦੇ ਅਸੀਂ ਇਹ ਸਿਖਾਵਾਂਗੇ ਸਾਰਿਆਂ ਨੂੰ ਵੀ ਕਿਸ ਤਰ੍ਹਾਂ ਸੰਤ ਕੌਣ ਹੁੰਦੇ ਆ। ਪਾਪ ਦੀ ਹਾਮੀ ਨਹੀਂ ਭਰਨੀ ਇਸ ਝੂਠੇ ਸਰੀਰ ਨੂੰ ਬਚਾਉਣ ਵਾਸਤੇ ਕਦੇ। ਸੁਣ ਕਰ ਧੰਨ ਧੰਨ ਕਹਿ ਗਏ। ਅਸੀਂ ਇਸ ਲਈ ਇਹ ਸਾਰਾ ਕੌਤਕ ਕਰ ਰਹੇ ਤੇ ਸਾਡੇ ਵਿੱਚ ਦਖਲ ਨਾ ਦਿਓ ਕੋਈ। ਸੁਣ ਕੇ ਗੋਰਖਨਾਥ ਚਰਨੀ ਡਿੱਗ ਪਿਆ ਪਾਤਸ਼ਾਹ ਦੇ। 84 ਸਿੱਧ ਵੀ ਮਹਾਰਾਜ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੁਸੀਂ ਧੰਨ ਹੋ। ਗਰੀਬ ਨਵਾਜ ਮਹਾਰਾਜ ਬੇਅੰਤ ਤੋਂ ਆਪ ਜੀ, ਆਪ ਦੀ ਮਹਿਮਾ ਕੌਣ ਜਾਣੇ। ਤੇ ਇਸ ਤਰ੍ਹਾਂ ਮੱਥਾ ਟੇਕ ਟੇਕ ਸਭ ਪਰਤ ਗਏ ਹਨ ਵਾਪਸ। ਗੁਰੂ ਰੁਖ ਦੇਖ ਨ ਸਿੱਧ ਪ੍ਰਗਟਏ। ਤੇ ਸਿੱਧ ਫੇਰ ਨਹੀਂ ਪ੍ਰਗਟ ਹੋਏ। ਸਤਿਗੁਰਾਂ ਦਾ ਰੁਖ ਵੇਖ ਲਿਆ ਵੀ ਇਹ ਤਾਂ ਸਾਰਾ ਕੁਝ ਆਪ ਹੀ ਕਰ ਰਹੇ ਹੈ। ਸੰਸਾਰ ਦੇ ਵਿੱਚ ਜ਼ੁਲਮ ਦੀ ਜੜ ਪੱਟਣ ਵਾਸਤੇ ਵੀ ਜਦੋਂ ਜਦੋਂ ਵੀ ਜ਼ੁਲਮ ਭਾਰੂ ਹੋਏਗਾ, ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਸਿੱਖਾਂ ਦੀਆਂ ਸਾਡੀ ਸ਼ਹਾਦਤ ਨੂੰ ਯਾਦ ਕਰਕੇ ਤੇ ਉਸੇ ਲਈ ਤੇ ਫਿਰ ਤੁਰ ਪਿਆ ਕਰਨਗੀਆਂ। ਇਹ ਕੌਤਕ ਵਰਤਾਉਣ ਵਾਸਤੇ ਪਾਤਸ਼ਾਹ ਜੀ ਕਰ ਰਹੇ ਹੈ। ਛਿਨ ਮਹਿ ਕੁਛ ਤੇ ਕੁਛ ਕਰ ਦੇਵੈ। ਤੋ ਇਹ ਜਿਹੜੇ ਸੋਚਦੇ ਸਿੱਧ ਕਹਿੰਦੇ ਭਾਈ ਇਹ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਤਾਂ ਇੱਕ ਛਿਣ 'ਚ ਕੁਝ ਦਾ ਕੁਝ ਵੀ ਕਰ ਸਕਦੇ ਹਨ। ਹੇਰਤ ਜਿਨ ਕੋ ਨਰ ਗਨ ਸੇਵੈ। ਜੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸੰਸਾਰ ਦੇ ਲੋਕ ਦਰਸ਼ਨ ਕਰਦੇ ਆ, ਨਮਸਕਾਰਾਂ ਕਰਦੇ ਆ, ਇਹਨਾਂ ਦੀ ਸੇਵਾ ਕਰਦੇ ਹਨ। ਅਵਸਰ ਪਾਏ ਪੀਰ ਪੁਨ ਆਏ। ਤੋ ਕਵੀ ਸੰਤੋਖ ਸਿੰਘ ਕਹਿੰਦੇ ਆ, ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਨਹੀਂ ਕਰ ਸਕਦੇ, ਸਭ ਕਰਨ ਕਾਰਨ ਸਮਰੱਥ ਹਨ। ਤੇ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਸਾਰੀ ਲੁਕਾਈ ਲੋਚਦੀ ਹੈ। ਕੀ ਹੋਇਆ, ਜਿਹੜੇ ਜਿੰਨੇ ਪੀਰ ਹੈ ਨਾ ਉਹ ਸਮਾਂ ਜਿਹਾ ਪਾ ਕੇ ਰਾਤ ਦਾ, ਤੇ ਜਿੰਨੇ ਪੀਰ ਹੈ, ਔਲੀ ਹੈ, ਪੈਗੰਬਰ ਹੈ, ਕੋਈ ਕਰਾਮਾਤਾਂ ਵਾਲੇ, ਜਿੰਨੇ ਮਹਾਂਪੁਰਖ ਰਿਸ਼ੀ ਮੁਨੀ ਹੈ, ਉਹ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਏ ਹਨ। ਕਰਾਮਾਤ ਕਾਮਲ ਸਮੁਦਾਇ। ਉਹ ਜਿੰਨੇ ਆਏ ਸਾਰੀ ਕਰਾਮਾਤ ਵਿੱਚ ਪੂਰੇ ਸੀਗੇ, ਸਮਰੱਥ ਸੀਗੇ। ਜਿਨ੍ਹਾਂ ਵਿੱਚ ਸਾਧ ਸੰਗਤ ਜੀ ਸਾਈਂ ਮੀਆਂ ਮੀਰ ਜੀ ਵੀ ਆਏ ਹਨ। ਨਮੋ ਕਰੀ ਹੋਏ ਖਰੇ ਅਗਾਰੀ। ਅੱਗੇ ਖੜ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਾਰਿਆਂ ਭਗਤਾਂ ਸੰਤਾਂ, ਸੂਫੀ ਸੰਤਾਂ, ਮਹਾਂਪੁਰਖਾਂ ਨੇ ਨਮਸਕਾਰ ਕੀਤੀ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਅੱਗੇ ਸਾਰੇ ਹੀ ਝੁਕੇ ਮੱਥੇ ਟੇਕੇ ਹੈ। ਸਾਈਂ ਮੀਆਂ ਮੀਰ ਦੀ ਵੀ ਚਰਨੀ ਡਿੱਗੇ ਹਨ। ਕਿਉ ਤੁਮ ਸਹੋ ਕਸ਼ਟ ਤਨ ਭਾਰੀ। ਸਾਈਂ ਮੀਆਂ ਮੀਰ ਜੀ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਕਿਉਂ ਆਪਣੇ ਸਰੀਰ ਤੇ ਬੜਾ ਮਹਾ ਕਸ਼ਟ ਦੁੱਖ ਸਹਿ ਰਹੇ ਹੋ। ਹਤਹਿ ਦੁਸ਼ਟ ਕੋ ਬਿਲਮ ਨ ਲਾਵੈ। ਹਾਂ ਮਹਾਰਾਜ ਤੁਹਾਡੇ 'ਚ ਕੀ ਨਹੀਂ ਹੈ, ਤੁਸੀਂ ਇੱਕ ਛਿਣ ਨਾ ਲਾਵੋ, ਦੇਰੀ ਨਾ ਲਾਵੋ, ਦੁਸ਼ਟਾਂ ਦਾ ਨਾਸ਼ ਕਰ ਸਕਦੇ ਹੋ। ਆਗਿਆ ਤਨਕ ਆਪ ਕੀ ਪਾਵੈ। ਨਹੀਂ ਤੇ ਮਹਾਰਾਜ ਸਾਨੂੰ ਆਗਿਆ ਦਿਓ, ਸਾਨੂੰ ਥੋੜ੍ਹੀ ਜਿਹੀ ਇਸ਼ਾਰਾ ਕਰੋ ਪਾਤਸ਼ਾਹ ਜੀ, ਤੁਸੀਂ ਥੋੜ੍ਹੀ ਜਿਹੀ ਆਗਿਆ ਬਖਸ਼ਿਸ਼ ਕਰਕੇ ਵੇਖੋ। ਸਭ ਕੋ ਸਾਦਰ ਬਾਕ ਉਚਾਰੇ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਸਭ ਤਹਿਸ ਨਹਿਸ ਕਰ ਦਿਆਂਗੇ, ਪਾਪੀਆਂ ਦਾ ਨਾਸ਼ ਕਰ ਦਿਆਂਗੇ, ਸਾਨੂੰ ਆਗਿਆ ਬਖਸ਼ੋ। ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੇ ਆਏ ਸੰਤਾਂ ਭਗਤਾਂ, ਖਾਸ ਕਰ ਸਾਈਂ ਮੀਆਂ ਮੀਰ ਫਕੀਰ ਨੂੰ ਬੜੇ ਪ੍ਰੇਮ ਨਾਲ ਆਖਣਾ ਸਮਝਾਉਣਾ ਕੀਤਾ ਹੈ। ਕਿਉ ਤੁਮ ਨਾਨਾ ਦ੍ਰਿਸ਼ਟ ਨਿਹਾਰੇ। ਤੁਹਾਨੂੰ ਕਿਉਂ ਸੰਸਾਰ ਨਾਨਾ ਤਰ੍ਹਾਂ ਦਾ ਲੱਗਦਾ ਹੈ, ਸੰਸਾਰ ਵਿੱਚ ਵੱਖਵਾਦ ਤੁਹਾਨੂੰ ਕਿਉਂ ਪ੍ਰਤੀਤ ਹੁੰਦਾ ਹੈ। ਏਕ ਆਤਮਾ ਪੂਰਨ ਸਾਚੋ। ਹੇ ਸੂਫੀ ਸੰਤੋ ਮਹਾਂਪੁਰਖੋ, ਜਿਹੜੀ ਆਤਮਾ ਹੈ ਉਹ ਇੱਕੋ ਹੀ ਹੈ ਸਾਰਿਆਂ 'ਚ।
ਤੇ ਵਾਸਤਵ ਵਿੱਚ ਆਤਮਾ ਹੀ ਸੱਤ ਹੈ, ਸਰੀਰ ਸਾਰੇ ਨਾਸ਼ਵੰਤ ਝੂਠੇ ਹੈ ਤੇ ਨਾਨਾ ਪੁਣਾ ਦੁਬਿਧਾ ਵਿੱਚ ਪਾਉਣ ਵਾਲੇ ਹਨ। ਜਗਤ ਆਕਾਰ ਜਾਨ ਸਭ ਕਾਚੋ, ਜਾਣ ਲਓ ਵੀ ਸੰਸਾਰ ਦੀ ਸਾਰੀ ਖੇਡ ਜਿਹੜੀ ਹੈ ਪ੍ਰਪੰਚ ਹੈ, ਕੱਚਾ ਕੱਚੀ ਕੰਧ ਵਰਗਾ ਹੈ, ਸਮਾਂ ਪਾ ਕੇ ਢਹਿ ਜਾਣਾ ਹੈ। ਹਮਰੇ ਤਨ ਤਿਆਗਣ ਮਹਿ ਐਸੇ, ਤੇ ਰਹੀ ਗੱਲ ਸਾਡੇ ਸਰੀਰ ਛੱਡਣ ਦੀ, ਸਾਡੇ ਸਰੀਰ ਛੱਡਣ ਦੀ ਜਿਹੜੀ ਕੋਈ ਗੱਲਬਾਤ ਹੈ, ਕਾਰਨ ਅਨੇਕ ਜਾਨੀਐ ਤੈਸੇ। ਉਹਦੇ ਬੜੇ ਕਾਰਨ ਹੈ। ਮਹਾਰਾਜ ਕਹਿੰਦੇ ਸਾਨੂੰ, ਅਸੀਂ ਸ਼ਹੀਦੀ ਆਪ ਦੇ ਰਹੇ ਤੇ ਸਾਰੀ ਖੇਡ ਅਸੀਂ ਆਪ ਬਣਾਈ ਹੈ। ਇਹਦੇ ਬੜੇ ਕਾਰਨ ਹੈ ਸਾਡੇ ਸਰੀਰ ਛੱਡਣ ਦੇ, ਸ਼ਹਾਦਤ ਦੇਵਣ ਦੇ। ਸਮਾਂ ਸੋ ਪਹੁੰਚੋ ਲਿਖ ਚਿਤ ਰਾਚੇ, ਜਦੋਂ ਹੁਣ ਉਹ ਸਮਾਂ ਪਹੁੰਚ ਗਿਆ ਚਿੱਤ ਵਿੱਚ ਰਾਚੇ, ਜਾਣ ਲਓ ਇਹ ਪਰਮੇਸ਼ਰ ਦੇ ਨਾਮ ਵਿੱਚ ਤਦਾਕਾਰ ਭਗਤੋ ਸੰਤੋ ਸੂਫੀ ਮਹਾਂਪੁਰਖੋ, ਜਾਣ ਲਓ ਵੀ ਜਿਹੜਾ ਸਮਾਂ ਆਉਣਾ ਸੀ ਉਹ ਆ ਗਿਆ ਹੈ। ਤੋ ਉਹ ਇਸ ਲਈ ਅਸੀਂ ਆਪਣਾ ਸਰੀਰ ਤਿਆਗ ਰਹੇ ਹਾਂ। ਕਰਿਓ ਚਾਹੇ ਹਮ ਸਭ ਕੋ ਸਾਚੇ, ਜਿੰਨੇ ਗੁਰਬਾਣੀ ਲਿਖੀ ਅਸੀਂ ਬਚਨ ਕੀਤੇ, ਅਸੀਂ ਸਾਰੇ ਬਚਨ ਅੱਜ ਸੱਚ ਕਰਕੇ ਜਾਵਾਂਗੇ। ਸਾਈਂ ਜੀ ਨੂੰ ਮਹਾਰਾਜ ਕਹਿੰਦੇ, ਹੈ ਮੀਆਂ ਮੀਰ ਜੀ ਤੁਸੀਂ ਪੁੱਛਿਆ ਸੀ ਕਿਸੇ ਸਮੇਂ ਕਿ ਮਹਾਰਾਜ ਗੁਰਬਾਣੀ ਸੁਖਮਣੀ ਸਾਹਿਬ ਦੀ ਵਿੱਚ ਜਿਹੜਾ ਕੋਈ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ, ਇਸ ਤਰ੍ਹਾਂ ਕਿਵੇਂ ਕੋਈ ਹੋ ਸਕਦਾ ਹੈ ਵੀ ਧਰਤੀ ਵਰਗਾ ਸੁਭਾਅ ਕਿਸੇ ਦਾ ਕਿਵੇਂ ਹੋ ਸਕਦਾ? ਧਰਤੀ ਨੂੰ ਕੋਈ ਪੁੱਟੀ ਜਾਵੇ ਦੁਖੀ ਨਹੀਂ ਹੁੰਦੀ, ਕੋਈ ਚੰਦਨ ਮਲੀ ਜਾਵੇ ਪੂਜੀ ਜਾਵੇ ਖੁਸ਼ ਨਹੀਂ ਹੁੰਦੀ। ਬ੍ਰਹਮ ਗਿਆਨੀ ਦਾ ਸੁਭਾਅ ਤੁਸੀਂ ਬਸੁਦਾ ਕੋ ਖੋਦਾ ਕੋ ਬਸੁਦਾ ਕੋ ਖੋਦਾ ਕੋ ਚੰਦਨ ਲੇਪ, ਕੋਈ ਚੰਦਨ ਦਾ ਲੇਪ ਕਰਦਾ ਹੈ ਧਰਤੀ ਨੂੰ, ਕੋਈ ਪੱਟੀ ਜਾਂਦਾ ਹੈ ਉਹ ਦੁਖੀ ਨਹੀਂ ਹੁੰਦੀ। ਸੰਤ ਐਸੇ ਹੁੰਦੇ ਹੈ ਜੈਸੇ ਜਲ ਮਹਿ ਕਮਲ ਅਲਿਪਤੋ, ਤੋ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ। ਤੁਸੀਂ ਮਹਾਰਾਜ ਕਸ਼ਟਪਦੀ ਅੰਦਰ ਸੁਖਮਣੀ ਸਾਹਿਬ 'ਚ ਬ੍ਰਹਮ ਗਿਆਨੀ ਦੇ ਬੜੇ ਗੁਣ ਗਾਏ ਵੀ ਬ੍ਰਹਮ ਗਿਆਨੀ ਐਸਾ ਹੁੰਦਾ। ਜੀਵਨ ਮੁਕਤ ਬੜੇ ਦੱਸੇ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਫਿਰ ਪਾਤਸ਼ਾਹ ਤੁਸਾਂ ਇਹ ਵੀ ਬਚਨ ਕੀਤੇ ਹੈ ਵੀ ਸੰਸਾਰ ਦੇ ਵਿੱਚ ਉਹ ਪੂਜਵੇ ਯੋਗ ਹੈ, ਪਰਮੇਸ਼ਰ ਦਾ ਰੂਪ ਹਨ, ਜਿਨ੍ਹਾਂ ਦੀ ਅਵਸਥਾ ਸਦਾ ਇੱਕੋ ਵਰਗੀ ਰਹਿੰਦੀ ਹੈ, ਇੱਕ ਰਸ ਰਹਿੰਦੇ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸਾਈਂ ਮੀਆਂ ਮੀਰ ਜੀ ਤੁਸੀਂ ਇਹ ਵੀ ਪੁੱਛਿਆ ਸੀ ਵੀ ਪਾਤਸ਼ਾਹ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਕੋਈ ਇਹੋ ਜਿਹਾ ਹੋ ਸਕਦਾ ਹੈ ਜਿਹੜਾ ਆਪਦੇ ਸਰੀਰ ਨੂੰ ਵੱਢ ਵੱਢ ਕੇ ਅੱਗ 'ਚ ਪਾ ਦੇਵੇ, ਪਰਮੇਸ਼ਰ ਨੂੰ ਯਾਦ, ਪਰਮੇਸ਼ਰ ਦੀ ਯਾਦ ਨਾ ਤਾਂ ਵੀ ਭੁੱਲੇ? ਇਹੋ ਜਿਹਾ ਕੌਣ ਹੈ? ਤੋ ਸਾਈਂ ਮੀਆਂ ਮੀਰ ਜੀ ਭਾਵੇਂ ਉਦੋਂ ਅਸੀਂ ਨਹੀਂ ਕੁਝ ਬੋਲੇ, ਪਰ ਹੁਣ ਤੁਹਾਨੂੰ ਉਹ ਸਾਰਾ ਕੁਝ ਵਿਖਾਵਾਂਗੇ ਕਰਕੇ। ਕੋਈ ਇਹ ਨਾ ਆਖੇ ਵੀ ਕੇਵਲ ਕਥਨੀ ਗੁਰੂ ਅਰਜਨ ਦੇਵ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਕੀਤੀ ਹੈ। ਸੱਚੇ ਪਾਤਸ਼ਾਹ ਕਹਿੰਦੇ ਅਨੇਕਾਂ ਕਾਰਨ ਭਾਵੇਂ ਸਾਡੇ ਸ਼ਹੀਦੀ ਦੇਣ ਦੇ ਹੈ, ਪਰ ਜ਼ੁਲਮ ਦੀ ਜੜ ਪੁੱਟਣ ਦਾ ਸਮਾਂ ਆ ਗਿਆ ਹੈ। ਜਿੰਨੇ ਅਸੀਂ ਗੁਰਬਾਣੀ 'ਚ ਬਚਨ ਕੀਤੇ ਅਸੀਂ ਅੱਜ ਸਾਰੇ ਹੀ ਸੱਤ ਕਰਕੇ ਜਾਣੇ ਹਨ। ਹਮਰੇ ਸਮਾਂ ਸੋ ਪਹੁੰਚਿਓ ਲਖ ਚਿਤ ਰਾਚੇ, ਚਿੱਤ ਵਿੱਚ ਇਹ ਪਰਮੇਸ਼ਰ ਦੇ ਪ੍ਰੇਮ ਵਿੱਚ ਭਿੱਜੇ ਹੋਏ ਗੁਰਮੁਖੋ ਜਾਣੋ ਸਮਾਂ ਆ ਚੁੱਕਾ ਹੈ। ਕਰਿਓ ਚਾਹੇ ਹਮ ਸਭ ਕੋ ਸਾਚੇ, ਸਾਰੇ ਬਚਨ ਜਿਹੜੇ ਅਸੀਂ ਅੱਜ ਸੱਚੇ ਕਰਕੇ ਜਾਣੇ ਹਨ। ਆਪ ਆਪਣੇ ਥਾਨ ਸਿਧਾਵੋ, ਤੁਸੀਂ ਸਭ ਸਾਡੇ ਕੰਮ ਵਿੱਚ ਖਿਆਨਤ ਨਾ ਪਾਓ, ਦਖਲ ਨਾ ਦਿਓ, ਆਪੋ ਆਪਣੇ ਕੰਮਾਂ ਕਾਰਾਂ ਨੂੰ ਭਗਤੀ ਸਿਮਰਨ ਵਾਲੇ ਪਾਸੇ ਲੱਗ ਜਾਓ, ਘਰੋਂ ਘਰੀ ਜਾਓ। ਤੁਸੀਂ ਹਮਰੀ ਖੇਲ ਬੀਚ ਨਹਿ ਆਵੋ, ਸਾਡਾ ਖੇਡ ਹੈ ਤੇ ਇਸ ਕੌਤਕ ਖੇਡ ਦੇ ਵਿੱਚ ਤੁਸੀਂ ਕਿਸੇ ਨਹੀਂ ਆਉਣਾ ਹੈ। ਸੁਣਤ ਧੰਨ ਕਹਿ ਕਰ ਸਭ ਗਏ, ਸੁਣ ਕੇ ਸਾਧ ਸੰਗੀ ਸਾਰੇ ਧੰਨ ਹੋ। ਮਹਾਰਾਜ ਤੁਸੀਂ ਧੰਨ ਹੋ, ਬਚਨ ਜੈ ਜੈਕਾਰ ਦੇ ਗੁਣ ਗਾਉਂਦੇ ਹੋਏ ਮੁੜ ਗਏ ਹਨ। ਸਵਾਧਾਨ ਚਾਕਰ ਸਭ ਭਏ, ਤੇ ਜਿਹੜੇ ਚਾਕਰ ਸੀ ਉਹ ਦੇਵਤਿਆਂ ਜਾਂ ਜਿਹੜੇ ਸਿੱਧ ਆਏ ਸੀ ਉਹਨਾਂ ਨੇ ਕਰ ਦਿੱਤੇ ਸੀ ਬੇਹੋਸ਼। ਜਦੋਂ ਸਾਰੇ ਚਲੇ ਗਏ ਸੂਫੀ ਸੰਤ ਮਹਾਂਪੁਰਖ ਤੇ ਇੰਨੇ ਨੂੰ ਸਿਪਾਹੀ ਜਿਹੜੇ ਸੀ ਬੇਹੋਸ਼ ਹੋਏ, ਉਹ ਜਾਗ ਗਏ ਹਨ। ਕਹੈ ਪਰਸ ਪਰਸ ਪਤੇ ਸਾਰੇ, ਇੱਕ ਦੂਜੇ ਨੂੰ ਕਹਿਣ ਲੱਗੇ ਵੀ ਪਤਾ ਹੀ ਨਹੀਂ ਲੱਗਿਆ, ਆਪਾਂ ਇੱਕ ਨਹੀਂ ਦੋ ਨਹੀਂ, ਜਿੰਨੇ ਪਹਿਰੇਦਾਰ ਹੈ ਸਾਰੇ ਹੀ ਸੁੱਤੇ ਹੋਏ ਹਨ। ਚੱਲੇ ਜਾਤ ਲਖ ਚੰਦੂ ਮਾਰੇ, ਤੇ ਜੇ ਗੁਰੂ ਅਰਜਨ ਦੇਵ ਸਾਹਿਬ ਚਲੇ ਜਾਂਦੇ, ਇੱਥੋਂ ਨਿਕਲ ਜਾਂਦੇ, ਸ਼ਿਕਾਇਤ ਤੋਂ ਛੁੱਟ ਕੇ ਭੱਜ ਜਾਂਦੇ,
ਤੇ ਆਪਾਂ ਸਾਰੇ ਦੇ ਸਾਰੇ ਹੀ ਚੰਦੂ ਨੇ ਮਾਰ ਸੁੱਟਨੇ ਸਨ। ਗਹਿ ਅਸ ਢਾਲ ਭਏ ਸਭ ਧਾਨੂ। ਢਾਲਾਂ ਦੀਆਂ ਹੱਥ ਵਿੱਚ ਫੜ ਕੇ ਬਰਛੇ ਸਾਰੇ ਫਿਰ ਤਿਆਰ ਬਰ ਤਿਆਰ ਹੋ ਗਏ ਹਨ। ਪਹਿਰਾ ਕਰੜਾ ਕਰ ਦਿੱਤਾ ਹੈ। ਇੱਕ ਆਸਣ ਗੁਰ ਥਿਰੇ ਸਥਾਨੂ। ਇਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕੋ ਆਸਣ ਤੇ ਕਿੰਨੇ ਦਿਨਾਂ ਤੋਂ ਚੌਂਕੜਾ ਮਾਰ ਕੇ ਬੈਠੇ ਹੋਏ ਐ। ਉੱਠ ਕੇ ਤਸੀਹੇ ਸਹਿ ਲੈਂਦੇ ਐ ਤੇ ਫੇਰ ਉਸੇ ਚੌਂਕੜੇ 'ਚ ਬਹਿ ਜਾਂਦੇ ਹਨ। ਸਕਲ ਜਾਮਨੀ ਗਈ ਬਿਹਾਏ। ਇਸ ਤਰ੍ਹਾਂ ਕਵੀ ਜੀ ਕਹਿੰਦੇ ਅਜਮਤਾਂ ਤਾਕਤਾਂ ਵਾਲੇ ਮਿੰਨਤਾਂ ਕਰਦੇ ਆ ਕਿ ਮਹਾਰਾਜ ਸਾਨੂੰ ਹੁਕਮ ਬਖਸ਼ੋ, ਅਸੀਂ ਸਭ ਤਹਿਸ ਨਹਿਸ ਕਰ ਦਿਆਂਗੇ, ਤੁਸੀਂ ਜਰਾ ਇਸ਼ਾਰਾ ਕਰੋ। ਪਾਤਸ਼ਾਹ ਜੀ ਕਹਿੰਦੇ ਸਾਡੇ ਖੇਡ ਵਿੱਚ ਕੋਈ ਦਖਲ ਨਾ ਦੇਵੇ ਭਾਈ। ਇਸ ਤਰ੍ਹਾਂ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਦਰਸ਼ਨ ਦੀਦਾਰ ਕਰਦਿਆਂ ਸੰਤਾਂ ਭਗਤਾਂ ਦੇ ਤੋ ਇਹ ਸਾਰੀ ਦੀ ਸਾਰੀ ਰਾਤ ਬਤੀਤ ਹੋ ਗਈ ਹੈ। ਦਿਵਸ ਚੜੇ ਉਠ ਪਾਪੀ ਆਏ। ਇਹਨੇ ਨੂੰ ਦਿਨ ਚੜ ਗਿਆ, ਜਲਾਦ ਲੈ ਕੇ ਪਾਪੀ ਚੰਦੂ ਵਰਗੇ ਆਣ ਪਹੁੰਚੇ ਹਨ। ਰਿਦੇ ਵਿਚਾਰ ਹੈ ਵੱਡ ਹਠਵੰਤਾ। ਤੇ ਮਨ ਚ ਚੰਦੂ ਵਿਚਾਰਦਾ ਵੀ ਗੁਰੂ ਅਰਜਨ ਦੇਵ ਸਾਹਿਬ ਤਾਂ ਬੜੇ ਹੀ ਹੱਠ ਵਾਲੇ ਆ, ਬੜੇ ਜਿੱਦ ਕਰਨ ਵਾਲੇ, ਛੇਤੀ ਹਾਰਨ ਵਾਲੇ ਨਹੀਂ ਹਨ। ਇਤੇ ਕਸ਼ਟ ਤੇ ਨਹੀਂ ਬੁਲੰਤਾ। ਅਸੀਂ ਮੈਂ ਇੰਨੇ ਕਸ਼ਟ ਦਿੱਤੇ ਆ, ਦੁੱਖ ਦਿੱਤੇ, ਤਸੀਹੇ ਦਿੱਤੇ ਆ, ਰੇਤੇ 'ਚ ਉਬਾਲਿਆ, 2 ਪਹਿਰ ਰੇਤੇ 'ਚ ਸਾੜਿਆ ਤੇ ਪਾਣੀ 'ਚ ਉਬਾਲਿਆ, ਸੌਣ ਨਹੀਂ ਦਿੱਤਾ, ਖਾਣ ਨਹੀਂ ਦਿੱਤਾ, ਪੀਣ ਨਹੀਂ ਦਿੱਤਾ, ਤੇ ਫੇਰ ਵੀ ਅੜੇ ਹੋਏ ਆ, ਬੜਾ ਨਿਹਚਾ ਅਡੋਲ ਹੈ। ਇੰਨਾ ਕੁਝ ਕਹਿਣ ਦੇ ਬਾਵਜੂਦ ਵੀ ਹਰਗੋਬਿੰਦ ਸਾਹਿਬ ਦੇ ਬਾਬਤ ਰਿਸ਼ਤੇ ਵਾਸਤੇ ਹਾਂ ਨਹੀਂ ਕੀਤੀ ਹੈ। ਭੈ ਕਰ ਨਾਤਾ ਨਾਹਿਨ ਮਨ ਹੈ। ਮੇਰਾ ਡਰ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਰਿਸ਼ਤਾ ਨਹੀਂ ਅਜੇ ਵੀ ਮੰਨ ਰਹੇ ਹੈ। ਬਿਨਾ ਤਰਾਸ ਤੇ ਬਾਕ ਬਖਾਨ ਹੈ। ਸਗੋਂ ਨਿਡਰ ਹੋ ਕਰਕੇ ਉਲਟਾ ਮੈਨੂੰ ਅੱਗੋਂ ਕੁੱਤਾ ਤੇ ਆਦਿਕ ਬਚਨ ਬੋਲ ਰਹੇ ਹਨ। ਬਾਰ ਬਾਰ ਬਾਰੀ ਬਹੁ ਬਾਰੂ। ਤੋ ਮੈਂ ਤਾਂ ਬੜੀ ਵਾਰ ਗਰਮ ਕਰ ਕਰਕੇ ਰੇਤਾ ਵੀ ਸਿਰ ਵਿੱਚ ਪਾ ਕੇ ਵੇਖ ਲਿਆ ਹੈ। ਅਤ ਤਪਤਾਏ ਥਿਰਿਓ ਮਝਾਰੂ। ਤੇ ਪਾਣੀ ਵਿੱਚ ਉਬਾਲਿਆ, ਰੇਤੇ 'ਚ ਬਹਾ ਕੇ ਰੇਤ 2 ਪਹਿਰ ਸੀਸ ਵਿੱਚ ਪਾਈ ਗਰਮ, ਤੇ ਫੇਰ ਵੀ ਟਿਕੇ ਰਹੇ ਹੈ। ਇਹਨਾਂ ਦੇ ਸੁਭਾਅ ਵਿੱਚ ਜਰੀ ਮਾਤਰ ਵੀ ਕੋਈ ਭੈ ਡਰ ਨਹੀਂ ਪ੍ਰਤੀਤ ਹੁੰਦਾ ਹੈ। ਪ੍ਰਾਨ ਜਾਣ ਲਗ ਹਠ ਪਹੁੰਚਾਵੈ। ਮੈਨੂੰ ਪਤਾ ਹੈ ਗੁਰੂ ਅਰਜਨ ਦੇਵ ਜੀ ਸਰੀਰ ਛੱਡ ਦੇਣਗੇ ਪਰ ਆਪਦਾ ਹੱਠ ਨਹੀਂ ਛੱਡਣਗੇ, ਧਰਮ ਨਹੀਂ ਛੱਡਣਗੇ। ਨਹਿ ਤਿਆਗਾ ਮੈਂ ਜੀਅਤ ਜੇ ਜਾਵੈ। ਪਰ ਇਹ ਚੰਦੂ ਜਿਹੜਾ ਮਨ 'ਚ ਸੋਚਦਾ ਹੈ ਵੀ ਬੇਸ਼ੱਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਦਾ ਹੱਠ ਨਹੀਂ ਛੱਡਣਗੇ, ਪਰ ਮੈਂ ਹੁਣ ਇਹਨਾਂ ਨੂੰ ਜਿਉਂਦਾ ਵੀ ਨਹੀਂ ਛੱਡ ਸਕਦਾ, ਕਿਉਂਕਿ ਸੰਸਾਰ ਵਿੱਚ ਥੂ ਥੂ ਬਦਨਾਮੀ ਤਾਂ ਮੇਰੀ ਹੋ ਹੀ ਜਾਣੀ ਆ। ਹੁਣ ਸ਼ਹੀਦ ਕਰਕੇ ਹੀ ਸਾਹ ਲੈਣਾ। ਗੁਰੂ ਅਰਜਨ ਦੇਵ ਸਾਹਿਬ ਜੀ ਜੇ ਨਾ ਵੀ ਮੰਨੇ ਰਿਸ਼ਤੇ ਨੂੰ, ਆਪਦੀ ਗੱਲ ਤੇ ਪੱਕੇ ਵੀ ਰਹਿਣਗੇ, ਤਾਂ ਵੀ ਮੈਂ ਜਿਉਂਦੇ ਨਹੀਂ ਛੱਡਾਂਗਾ। ਆਜ ਤਪਤ ਕਰ ਲੋਹ ਵਿਸਾਲਾ। ਤੇ ਮਨ 'ਚ ਇਹਨੇ ਵਿਚਾਰ ਕੀਤੀ ਵੀ ਅੱਜ ਨਾ ਬੜੇ ਤਸੀਹੇ ਦਿੱਤੇ, ਅੱਜ ਸਭ ਤੋਂ ਵੱਡਾ ਤਸੀਹਾ ਦੇਣਾ, ਤੱਤੀ ਤਵੀ ਕਰਕੇ ਉਹਦੇ ਉੱਪਰ ਬਿਠਾਵਾਂਗਾ। ਖਰੇ ਕਰੋ ਬੋਲੈ ਤਿਸ ਕਾਲਾ। ਵੇਖਾਂਗਾ ਨਾ ਫਿਰ ਕਿਵੇਂ ਨਹੀਂ ਬੋਲਦੇ, ਕਿਵੇਂ ਨਹੀਂ ਡੋਲਦੇ। ਤੱਤੇ ਤਵੀ ਦੇ ਉੱਪਰ ਐਨ ਸੁਰਖ ਕਰਕੇ ਉੱਪਰ ਖੜੇ ਕਰਾਂਗਾ, ਬਿਠਾਵਾਂਗਾ, ਚੌਂਕੜਾ ਮਰਵਾਵਾਂਗਾ। ਇਮ ਪਾਪੀ ਨੇ ਹਿਰਦੇ ਵਿਚਾਰਾ। ਉਹ ਸਾਧ ਸੰਗਤ ਜੀ, ਪਾਪੀ ਚੰਦੂ ਨੇ ਇਸ ਤਰ੍ਹਾਂ ਦਾ ਮਨ ਵਿੱਚ ਖਿਆਲ ਕਰ ਲਿਆ ਹੈ, ਮਨ ਵਿੱਚ ਪੱਕੀ ਸਕੀਮ ਬਣਾ ਲਈ ਹੈ। ਨਾਤਾ ਦਿਓ ਕਿ ਕਰਾਂ ਸੰਘਾਰਾ। ਜਾਂ ਤਾਂ ਗੁਰੂ ਅਰਜਨ ਦੇਵ ਸਾਹਿਬ ਨੂੰ ਅੱਜ ਸ਼ਹੀਦ ਕਰ ਦੇਣਾ ਹੈ, ਤੇ ਜਾਂ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮੇਰੀ ਧੀ ਦਾ ਰਿਸ਼ਤਾ ਮੰਨ ਜਾਣਗੇ। ਕਹਿ ਕਰ ਦੀਰਘ ਲੋਹ ਮੰਗਾਈ। ਵੀ ਇਹਨੇ ਅੱਜ ਮਨ 'ਚ ਪੱਕੀ ਧਾਰ ਲਈ ਵੀ ਅੱਜ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕਰ ਦੇਣਾ। ਬਹੁਤ ਦਿਨ ਹੋ ਗਏ ਵੇਖਦਿਆਂ ਨੂੰ। ਇਹ ਵਿਚਾਰ ਕਰਕੇ ਤੇ ਇਹਨੇ ਵੱਡੀ ਤਵੀ ਲੋਹ ਜਿਹੜੀ ਚੰਗੀ ਮੰਗਵਾ ਲੈਣਾ ਕੀਤੀ ਹੈ। ਧਰ ਉਪਰ ਧਰ ਅਗਨ ਜਲਾਈ। ਚੁਰ ਦੇ ਉੱਪਰ ਲੋਹ ਰੱਖ ਕੇ ਸਾਧ ਸੰਗਤ ਦੀ ਮਣਾ ਮੂੰਹੀ ਬਾਲਣ ਪਾ ਪਾ ਕੇ ਤਪਾ ਦਿੱਤੀ ਹੈ। ਸਮ ਤਾਂਬੇ ਕੇ ਤਪਤ ਕਰਾਈ। ਹੁਣ ਲੋਹੇ ਦਾ ਰੰਗ ਕਾਲਾ ਜਿਹਾ ਹੁੰਦਾ ਤਵੀ ਦਾ, ਇੰਨੀ ਅੱਗ ਬਾਲੀ ਤੇ ਲੋਹ ਇਉਂ ਲੱਗਣ ਲੱਗ ਪਈ ਜਿਵੇਂ ਤਾਂਬੇ ਦੀ ਹੁੰਦੀ ਹੈ, ਲਾਲ ਰੰਗ ਕਰ ਆਈ ਹੈ। ਦੇਖ ਪਾਤ ਕੀ ਲੀਏ ਬੁਲਾਈ। ਇੰਨੇ ਨੂੰ ਇਹਨੇ ਜਿਹੜਾ ਪਾਪੀ ਚੰਦੂ ਹੈ, ਲੋਹ ਗਰਮ ਹੋਈ ਵੇਖ ਕੇ ਤੇ ਕੋਈ ਜਲਾਦ ਆਦਿਕ ਵੀ ਮੰਗਾ ਲਏ ਹਨ। ਇਸ ਪਰ ਖਰੇ ਹੋ ਤਪਸ ਹੋ। ਤੇ ਇਧਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਵੀ ਸੱਦ ਲਿਆ ਤਵੀ ਦੇ ਪਾਸ। ਫਿਰ ਕਹਿੰਦਾ, ਚੰਦੂ ਪਾਪੀ, ਵੇਖਦਾ ਤੁਹਾਡਾ ਸਿਦਕ ਡੋਲਦਾ ਕਿ ਨਹੀਂ ਡੋਲਦਾ। ਅੱਜ ਤੁਸੀਂ ਤੱਤੀ ਤਵੀ ਤੇ ਖੜੇ ਹੋਵੋਗੇ।
ਨਾਹੀ ਤਨਾਤਾ ਲੈ ਬੇਚਹੋ। ਜਾਂ ਤਤੀ ਤਵੀ ਤੇ ਚੜ ਖੜੋ ਤੇ ਜਾਂ ਸਤਿਗੁਰੂ ਤੁਸੀਂ ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰ ਲਵੋ। ਗੁਰੂ ਨ ਉੱਤਰ ਦੀਨਸ ਕੋਈ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਪਾਪੀ ਸੰਤਨ ਸਿਉ ਬੋਲੇ ਉਪਕਾਰੀ ਤੋ ਮੂਰਖ ਸਿਉ ਬੋਲੇ ਝੱਖ ਮਾਰੀ। ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀ ਹੈ। ਮਹਾਰਾਜ ਕਹਿੰਦੇ ਜੇ ਕੋਈ ਸੰਤ ਗੁਰਮੁਖ ਮਿਲੇ ਉਹਦੇ ਨਾਲ ਬਚਨ ਬਿਲਾਸ ਜ਼ਰੂਰ ਕਰਨਾ ਚਾਹੀਦਾ ਹੈ। ਸੰਤ ਨਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਪਰ ਜੇ ਕੋਈ ਅਸੰਤ ਮਿਲ ਜਾਵੇ, ਪਰਮੇਸ਼ਰ ਦੇ ਨਾਮ ਤੋਂ ਅਨਾੜੀ ਮਿਲ ਜਾਵੇ, ਕੋਈ ਪਾਪੀ ਮਿਲੇ ਅਸੰਤ ਮਸਟ ਕਰ ਰਹੀ ਹੈ, ਫਿਰ ਬੋਲਣ ਦੀ ਕੋਈ ਜ਼ਰੂਰਤ ਨਹੀਂ। ਪਾਤਸ਼ਾਹ ਜੀ ਇਹ ਸਿਧਾਂਤ 'ਤੇ ਪਹਿਰਾ ਦੇ ਰਹੇ। ਆਪ ਹੀ ਗੁਰੂ ਗਰੀਬ ਨਵਾਜ, ਆਪ ਹੀ ਬਚਨ ਕਰਨ ਵਾਲੇ, ਆਪ ਹੀ ਕਮਾਉਣ ਵਾਲੇ ਪਾਤਸ਼ਾਹ ਜੀ ਬੋਲੇ ਨਾ। ਚੰਦੂ ਬੋਲ ਰਿਹਾ, ਸੱਚੇ ਪਾਤਸ਼ਾਹ ਜੀ ਬਿਲਕੁਲ ਸ਼ਾਂਤ ਹਨ। ਲੋਹ ਅਰੂਢਣ ਉਰ ਮਹਿ ਹੋਈ। ਤੇ ਮਹਾਰਾਜ ਨੇ ਵਿਚਾਰ ਕੀਤੀ ਵੀ ਅਸੀਂ ਹੁਣ ਲੋਹ ਦੇ ਉੱਪਰ ਚੜ ਬੈਠਦੇ ਹਾਂ, ਤਿਆਰਾ ਕਰ ਲਿਆ ਹੈ। ਆਦ ਚੰਡਾਲ ਜੇ ਕਿ ਨਾਹ ਨਿਹਾਰੇ। ਇਧਰ ਜਿਹੜੇ ਉਹ ਅੱਗ ਡਾਉਣ ਵਾਲੇ ਚੰਡਾਲ ਸੀ ਨਾ ਸਾਧ ਸੰਗ, ਜਿਹੜੇ ਕੋਈ ਹੈ ਸੀ ਉਸ ਸਮੇਂ ਦੇ ਨੀਵੀਂ ਜਾਤ ਵਿੱਚੋਂ, ਉਹਨਾਂ ਨੂੰ ਅੱਗ ਡਾਉਣ 'ਤੇ ਕੋਈ ਫਾਹੀਆਂ ਦੇਣ 'ਤੇ ਕੋਈ ਸਜ਼ਾ ਦੇਣ 'ਤੇ ਰੱਖਿਆ ਹੁੰਦਾ ਸੀ। ਜਲਾਦ ਜਿਹੜੇ ਰੇਤਾ ਪਾਉਂਦੇ ਹੈ, ਕੋਈ ਚੰਡਾਲ ਜਿਹੜੇ ਜਲਾਦ ਸਨ ਨਾ ਉਸ ਸਮੇਂ ਦੇ, ਇਹੋ ਜਿਹੇ ਮੁਰਦੇ ਮਰਦੇ ਨੱਪਣ ਵਾਲੇ, ਉਹ ਵੀ ਉੱਥੇ ਅੱਗ ਡਾਹ ਰਹੇ ਸਨ। ਅਤੇ ਇੱਧਰ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਦੋਂ ਤਤੀ ਤਵੀ 'ਤੇ ਚੰਦੂ ਪਾਪੀ ਬਿਠਾ ਰਿਹਾ ਹੈ, ਇਹ ਚੰਡਾਲ ਵੀ ਵੇਖ ਕੇ ਹੈਰਾਨ ਰਹਿ ਗਏ ਹਨ। ਸਭ ਹਿਨ ਹਾਹਾਕਾਰ ਉਚਾਰੇ। ਸਾਧ ਸੰਗਤ ਜੀ ਮਨ 'ਚ ਸੋਚਦੇ ਆ ਵੀ ਇੱਦੋਂ ਪਹਿਲਾਂ ਸਾਨੂੰ ਲੋਕ ਚੰਡਾਲ ਕਹਿੰਦੇ ਆ, ਅਸੀਂ ਮੁਰਦੇ ਨੱਪਦੇ ਹਾਂ, ਪਰ ਚੰਦੂ ਵਰਗਾ ਚੰਡਾਲ ਅਸੀਂ ਸਾਰੀ ਉਮਰ ਨਹੀਂ ਵੇਖਿਆ। ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਬੈਠੇ ਤਵੀ ਦੇ ਹੇਠਲੀ ਲੋਹ ਚੁੱਲ੍ਹੇ ਵਿੱਚ ਅੱਗ ਡਾਉਣ ਵਾਲੇ ਅਤੇ ਸੀਸ 'ਚ ਰੇਤਾ ਪਾਉਣ ਵਾਲੇ ਮਨੁੱਖ ਕਹਿ ਰਹੇ ਹੈ ਵੀ ਜਲਾਦ ਚੰਡਾਲ ਸਾਨੂੰ ਲੋਕ ਕਹਿੰਦੇ, ਪਰ ਚੰਦੂ ਵਰਗਾ ਚੰਡਾਲ ਅਸੀਂ ਅੱਜ ਤੋਂ ਪਹਿਲਾਂ ਕਦੇ ਨਹੀਂ ਵੇਖਿਆ ਹੈ। ਅਤੇ ਸਾਰਿਆਂ ਨੇ ਹਾਹਾਕਾਰ ਮਨ ਵਿੱਚ, ਬੜਾ ਸਾਰਿਆਂ ਦੇ ਦੁੱਖ ਹੈ ਸਤਿਗੁਰਾਂ ਨਿਰਵੈਰ ਪਾਤਸ਼ਾਹ 'ਤੇ ਜਿਵੇਂ ਚੰਦੂ ਕਹਿਰ ਕਰ ਰਿਹਾ ਹੈ। ਇਹ ਚੰਡਾਲਣ ਤੇ ਅਤ ਪਾਪੀ। ਉਹ ਸੋਚਦੇ ਵੀ ਇਹ ਚੰਦੂ ਤਾਂ ਚੰਡਾਲਾਂ ਤੋਂ ਵੀ ਵੱਧ ਪਾਪੀ ਹੈ। ਸਾਨੂੰ ਲੋਕ ਚੰਡਾਲ ਕਹਿੰਦੇ, ਇੱਕ ਦੂਜੇ ਨੂੰ ਕਹਿੰਦੇ ਭਾਈ ਆਪਾਂ ਨੂੰ ਲੋਕ ਚੰਡਾਲ ਕਹਿੰਦੇ, ਬਦਨਾਮ ਆਪਾਂ ਆ, ਪਰ ਕੰਮ ਤਾਂ ਚੰਦੂ ਦੇ ਚੰਡਾਲਾਂ ਤੋਂ ਵੀ ਭੈੜੇ ਹਨ। ਰਿਦੇ ਨ ਕਰਨਾ ਕੈਸੇ ਹੋ ਤਬ ਵਿਆਪੀ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਾਬਤ ਜਰੀ ਮਾਤਰ ਵੀ ਤਰਸੇ ਦੇ ਅੰਦਰ ਨਹੀਂ ਪੈਦਾ ਹੋ ਰਿਹਾ ਹੈ। ਚੜ੍ਹੇ ਲੋਹ ਪਰ ਪੇਥਿਰ ਠਾਂਡੇ। ਇਸ ਤਰ੍ਹਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਚੜ੍ਹਨ ਦੀ ਜਿਹੜੀ ਵੈ ਤਿਆਰੀ ਕਰ ਲਈ। ਸੱਚੇ ਪਾਤਸ਼ਾਹ ਜੀਓ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯਾਦ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਲੋਹ ਉੱਪਰ ਚੜ੍ਹ ਬੈਠੇ ਹਨ। ਦੇਖ ਦੇਖ ਸਿੱਖਣ ਦੁੱਖ ਬਾਢੇ। ਹੁਣ ਸਿੱਖਾਂ ਤੋਂ ਕਿੱਥੇ ਰਿਹਾ ਜਾਂਦਾ ਜਿਨ੍ਹਾਂ ਨੇ ਇੰਨੀ ਪੂਜਾ, ਜਿਹੜੇ ਚਰਨ ਮਹਾਰਾਜ ਦੇ ਸਿੱਖ ਝੱਸਦੇ ਹੋਣ, ਧਵਾਉਂਦੇ ਹੋਣ, ਮੁੱਠੀ ਚਾਪੀ ਕਰਦੇ ਹੋਣ, ਉਹ ਕੋਮਲ ਚਰਨ ਮਹਾਰਾਜ ਨੇ ਜਾ ਲੋਹ 'ਤੇ ਰੱਖਦਿਆਂ ਸਾਰ ਖਾਲਸਾ ਦੀ ਸਰਰ ਸਰਰ ਦੀ ਆਵਾਜ਼ ਮਾਸ ਸੜਦੇ ਦੀ ਆਉਣ ਲੱਗੀ ਹੈ। ਅਤੇ ਜਿੰਨੇ ਸਿੱਖ ਡਿਉੜੀ ਵਿੱਚ ਬੈਠੇ ਭੁੱਬਾਂ ਨਿਕਲ ਗਈਆਂ, ਸਿੱਖ ਵੇਖ ਕੇ ਬਹੁਤ ਦੁਖੀ ਹੋਏ ਹਨ। ਚਾਹੇ ਜਾਣ ਟਿਕ ਜਾਨ ਨਾ ਦੇਤੇ। ਹੱਥ ਪੈਰ ਨੂੜੇ ਹੋਏ ਆ, ਸਿੱਖ ਜਾਣਾ ਚਾਹੁੰਦੇ ਮਹਾਰਾਜ ਦੇ ਪਾਸ, ਪਰ ਪਹਿਰੇਦਾਰ ਜਾਣ ਨਹੀਂ ਦਿੰਦੇ। ਰਸਰਨ ਬਾਂਧੇ ਦਿੜ ਕਰ ਲੇਤੇ। ਧਰਤੀ ਤੇ ਡੇਗੇ ਹੋਏ ਆ ਸਾਰੇ ਪੰਜੇ ਸਿੱਖ, ਭਾਈ ਬਿਧੀ ਚੰਦ ਪੈੜਾ ਪੁਰਾਣਾ ਅੰਜੀਠਾ ਵਰਗੇ, ਅਤੇ ਇਹ ਉੱਤੇ ਪਹਿਰਾ ਲੱਗਿਆ ਹੋਇਆ, ਬੜਾ ਦੁੱਖ ਦਿੱਤਾ ਜਾ ਰਿਹਾ, ਰੱਸਿਆਂ ਨਾਲ ਬੰਨੇ ਹੋਏ ਹਨ। ਅਗਨ ਵਿਪਰਜੈ ਸੀਲ ਕਰਿਓ ਹੈ। ਕਵੀ ਜੀ ਕਹਿੰਦੇ ਮਹਾਰਾਜ ਦਾ ਮਾਸ ਸੜਦਾ ਵੇਖ ਕੇ ਅੱਗ ਨੇ ਆਪਣਾ ਸੁਭਾਅ ਉਲਟ ਕਰ ਲਿਆ ਹੈ। ਡਰਤ ਗੁਰੂ ਤੇ ਅਚਰ ਤੇਜ ਹਰਿਓ ਹੈ। ਕਿਉਂਕਿ ਤਤੀ ਤਵੀ ਤੇ ਸਾਧ ਸੰਗਤ ਜੀ ਚੜ੍ਹਿਆ ਕੌਣ ਹੈ? ਉਹ ਪਰਮੇਸ਼ਰ ਹੈ। ਅਤੇ ਵੇਖ ਕੇ ਅੱਗ ਪਰਮੇਸ਼ਰ ਦੇ ਭੈ ਵਿੱਚ ਅਗਨ ਕੱਢੈ ਵੇਗਾਰ, ਅੱਗ ਵੀ ਤਾਂ ਉਹਦੇ ਹੀ ਭੈ 'ਚ ਹੈ। ਸੱਚੇ ਪਾਤਸ਼ਾਹ ਤੋਂ ਡਰਦੀ ਹੋਈ ਅੱਗ ਨੇ ਆਪਣਾ ਸੁਭਾਅ ਬਦਲ ਲਿਆ ਹੈ, ਤੋ ਤੇਜ ਦੀ ਥਾਂ 'ਤੇ ਜਿਹੜਾ ਉਹ ਠੰਡ ਵਰਤਾਉਣਾ ਸ਼ੁਰੂ ਕਰ ਦਿੱਤੀ ਹੈ। ਤਾਉ ਤਾਉ ਗੁਰੂ ਭਗਤ ਰਵਾਤ ਜਾਰੇ। ਪਰ ਮਹਾਰਾਜ ਨੇ ਸਾਧ ਸੰਗਤ ਜੀ ਆਪਦੇ ਹੁਕਮ ਨਾਲ ਹੀ ਅੱਗ ਨਹੀਂ ਚਾਹੁੰਦੀ ਮਹਾਰਾਜ ਨੂੰ ਸੇਕ ਦੇਣਾ, ਪਰ ਪਾਤਸ਼ਾਹ ਨੇ ਆਪ ਹੀ ਕਲਾ ਵਰਤਾ ਕੇ ਅਗਨੀ ਨੂੰ ਹੁਕਮ ਕਰਕੇ ਉਹ ਠੰਡ ਪਾਉਂਦੀ ਆ, ਅਤੇ ਉਹਦੀ ਤਪਸ਼ ਫਿਰ ਮਹਾਰਾਜ ਨੇ ਬਰਕਰਾਰ ਕਰ ਦਿੱਤੀ ਹੈ। ਅਤੇ ਆਪਦੇ ਪੈਰ ਮਹਾਰਾਜ ਨੇ ਆਪ ਹੀ ਕੌਤਕ ਵਰਤਾ ਕੇ ਅੱਗ ਦਾ ਜਿਹੜਾ ਸੁਭਾਅ ਫਿਰ ਪਹਿਲਾਂ ਵਾਂਗੂ ਕਰਕੇ, ਅਤੇ ਆਪ ਹੀ
ਆਪਣੇ ਤਵੇ ਦੇ ਉੱਪਰ ਰੱਖ ਕੇ ਪੈਰ ਸੜਵਾ ਲਏ ਹਨ। ਪਾਪੀ ਬੈਠਿਓ ਸਮੁਖ ਨਿਹਾਰੇ। ਸਤਿਗੁਰਾਂ ਦੀਆਂ ਤਲੀਆਂ ਸੜ ਰਹੀਆਂ ਨੇ ਚਰਨਾਂ ਦੀਆਂ। ਪਾਪੀ ਚੰਦੂ ਸਾਹਮਣੇ ਬੈਠਾ ਆ, ਵੇਖ ਵੇਖ ਤਾੜੀਆਂ ਮਾਰ ਮਾਰ ਹੱਸਦਾ ਹੈ। ਪੁਨ ਕਹਿ ਕਰ ਤਰ ਅਗਨ ਜਰਾਈ। ਤੇ ਜਲਾਦਾਂ ਨੂੰ ਕਹਿੰਦਾ ਹੋਰ ਤੇਜ ਅੱਗ ਡਾਓ ਇਸ ਲੋਹ ਦੇ ਅੰਦਰ, ਤਵੀ ਕਿਤੇ ਮੱਠੀ ਨਾ ਪੈ ਜਾਵੇ। ਪੂਰਬ ਕੇ ਸਮ ਸਰ ਤਪਤਾਈ। ਜਿਵੇਂ ਪਹਿਲਾਂ ਲਾਲ ਕੀਤੀ ਸੀ ਉਵੇਂ ਹੀ ਤਵੀ ਤੱਤੀ ਕਰੋ। ਅੱਗ ਬਾਲ ਦਿੱਤੀ ਗਈ। ਸਾਧ ਸੰਗਤ ਜੀ ਐਨ ਲਾਲ ਸੁਰਖ ਤਵੀ ਕਰ ਦਿੱਤੀ ਹੈ। ਚਿਤ ਬਾਂਛਿਤ ਹੋਏ ਦੁਖ ਤੇ ਦੀਨ। ਤੋ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਬਤ ਤੇ ਸੋਚਦਾ, ਮਨ 'ਚ ਦੀ ਇੱਛਾ ਹੈ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿੰਨੀ ਅੱਗ ਤੇਜ਼ ਬਲੇਗੀ ਮਾਸ ਸੜੇਗਾ ਸਰੀਰ ਦਾ ਤੇ ਦੁਖੀ ਹੋ ਜਾਣਗੇ, ਦੁਖੀ ਹੋ ਕਰਕੇ ਝੁਕ ਜਾਵਣਗੇ। ਮਨ ਨਹਿ ਨਾਤਾ ਡਰ ਚਿਤ ਚੀਨ। ਮਨ ਵਿੱਚ ਮੌਤ ਦਾ ਡਰ ਪਾ ਕੇ ਮੇਰੀ ਧੀ ਦਾ ਰਿਸ਼ਤਾ ਮੰਨ ਜਾਵਣਗੇ। ਤਿਸ ਦਿਨ ਸਤਿਗੁਰ ਕਛੂ ਨ ਬੋਲੇ। ਧੰਨ ਗੁਰੂ ਅਰਜਨ ਦੇਵ ਸਾਧ ਸੰਗਤ ਜਿੱਦਣ ਤਵੀ ਤੇ ਬੈਠੇ ਆ ਨਾ, ਉਸ ਦਿਨ ਸੱਚੇ ਪਾਤਸ਼ਾਹ ਜਰਾ ਵੀ ਨਹੀਂ ਬੋਲੇ, ਐਨ ਚੁੱਪਚਾਪ ਸ਼ਾਂਤ ਰਹੇ ਹਨ। ਤਪਤ ਲੋਹ ਪਰ ਥਿਰੇ ਅਡੋਲੇ। ਮਹਾਰਾਜ ਐਨ ਇੱਕ ਰਸ ਤੱਤੀ ਲੋਹ ਦੇ ਉੱਪਰ ਬੈਠੇ ਰਹੇ ਚੌਂਕੜਾ ਮਾਰ ਕਰਕੇ। ਜਰਤ ਚਰਮ ਆਪਣੋ ਦਿਖਰਾਵੈ। ਤੇ ਆਪ ਦਾ ਸੜਦਾ ਹੋਇਆ ਮਾਸ ਜਿਹੜਾ ਸੱਚੇ ਪਾਤਸ਼ਾਹ ਜੀ ਅੱਜ ਮੀਆਂ ਮੀਰ ਨੂੰ ਵਿਖਾ ਦਿੱਤਾ, ਕਿਉਂਕਿ ਮੀਆਂ ਮੀਰ ਫਿਰ ਇੱਥੇ ਪਹੁੰਚਿਆ ਸੀ ਜਦੋਂ ਇਹਨੂੰ ਪਤਾ ਲੱਗਿਆ ਲੋਹ ਤੇ ਸਤਿਗੁਰਾਂ ਨੂੰ ਤਵੀ ਤੇ ਬਿਠਾਇਆ ਜਾ ਰਿਹਾ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਉਹ ਤਪਦਾ ਲੋਹ ਦੇ ਤਪ ਦੀ ਉੱਪਰ ਆਪਣਾ ਮਾਸ ਸੜਦਾ ਵਿਖਾ ਦਿੱਤਾ ਹੈ। ਅਗਨ ਤਾਪ ਤੇ ਪੀਰ ਨ ਪਾਵੈ। ਮਹਾਰਾਜ ਨੇ ਉਹ ਵਿਖਾ ਦਿੱਤਾ ਨਾ ਬਚਨ ਸਿੱਧ ਕਰਕੇ। ਸਾਈਂ ਮੀਆਂ ਮੀਰ ਨੂੰ ਪੁੱਛਦਾ ਸੀ ਮਹਾਰਾਜ ਵੀ ਸਰੀਰ ਕੌਣ ਕੱਟ ਕੇ ਅੱਗ 'ਚ ਪਾ ਸਕਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਹੁਣ ਜਦੋਂ ਮੀਆਂ ਮੀਰ ਆਇਆ, ਸੱਚੇ ਪਾਤਸ਼ਾਹ ਜੀ ਮੁਸਕਰਾ ਕੇ, ਕਿਉਂਕਿ ਮੀਆਂ ਮੀਰ ਕਹਿੰਦਾ ਸੀ ਮਹਾਰਾਜ ਮੈਂ ਸਭ ਤਹਿਸ ਨਹਿਸ ਬਰਬਾਦ ਕਰਕੇ ਰੱਖ ਦਿਆਂਗੇ, ਇਹਨਾਂ ਦੀਆਂ ਕੁਲਾਂ ਜਾੜ ਦਿਆਂਗਾ ਮੈਂ, ਤੁਸੀਂ ਮਹਾਰਾਜ ਹੁਕਮ ਕਰੋ। ਪਾਤਸ਼ਾਹ ਨੇ ਮੀਆਂ ਮੀਰ ਨੂੰ ਵੀ ਸਾਧ ਸੰਗਤ ਜੀ ਰੋਕ ਦਿੱਤਾ ਸੀ। ਤੇ ਫਿਰ ਸੱਚੇ ਪਾਤਸ਼ਾਹ ਨੂੰ ਮੀਆਂ ਮੀਰ ਪੁੱਛਦਾ, ਮਹਾਰਾਜ ਜੇ ਕਿਉਂ ਕਲਾ ਵਰਤਾ ਰਹੇ ਹੋ, ਕੌਤਕ ਐਡੇ ਤਸੀਹੇ ਸਹਿ ਰਹੇ ਹੋ ਸਭ ਕੁਝ ਹੁੰਦਿਆਂ ਹੋਇਆਂ। ਮਹਾਰਾਜ ਕਹਿੰਦੇ ਮੀਆਂ ਮੀਰ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ, ਤੁਹਾਡੇ ਸ਼ੰਕੇ ਦਾ ਤੁਹਾਨੂੰ ਉੱਤਰ ਮਿਲ ਰਿਹਾ। ਬ੍ਰਹਮ ਗਿਆਨੀ ਦੀ ਅਵਸਥਾ ਵੀ ਵੇਖ ਲਓ ਕਿਹੋ ਜਿਹੀ ਹੁੰਦੀ ਹੈ। ਤੇ ਜੇ ਅਸੀਂ ਬਚਨ ਕਿਹਾ ਸੀ ਵੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਤੁਸੀਂ ਸ਼ੰਕਾ ਕੀਤਾ ਸੀ, ਅੱਜ ਵੇਖ ਲਓ ਸੜ ਰਿਹਾ ਮਾਸ ਕੇ ਨਹੀਂ। ਜਦੋਂ ਮੀਆਂ ਮੀਰ ਨੇ ਸਾਧ ਸੰਗਤ ਦੀ ਲੋਹ ਵੱਲ ਵੇਖਿਆ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਿੰਜਣੀਆਂ ਦੀ ਮਾਸ ਚਰਬੀ ਢਲ ਢਲ ਕੇ ਧੂੰਆਂ ਨਿਕਲਦਾ ਹੋਇਆ, ਜਿਹੜਾ ਤਵੀ ਦੇ ਅਗਲੇ ਪਾਸਿਓਂ ਮੋਹਰੀ ਥਾਣੀ ਚੁੱਲ੍ਹੇ ਵਿੱਚ ਪੈ ਰਹੀ ਸੀ ਅੱਗ ਵਿੱਚ, ਸਾਰੀ ਚਰਬੀ ਢਲ ਢਲ ਕੇ ਇਸ ਤਰ੍ਹਾਂ ਸਭ ਕੁਝ ਪ੍ਰਤੱਖ ਕਰਕੇ ਵਿਖਾ ਦਿੱਤਾ ਹੈ। ਅੱਗ ਦੀ ਤਪਸ਼ ਹੋਣ ਦੇ ਬਾਵਜੂਦ ਵੀ ਹਜ਼ੂਰ ਨੇ ਤਰੱਤੀ ਮਾਤਰ ਮੱਥੇ ਵੱਟ ਨਾ ਪਾਇਆ, ਥੋੜ੍ਹੀ ਮਾਤਰ ਵੀ ਪੀੜਾ ਨਹੀਂ ਮਹਿਸੂਸ ਹੋਈ ਹੈ। ਅਜਮਤ ਨਹਿ ਜਾਣਹਿ ਕਿਮ ਏਹੀ। ਕਿਉਂਕਿ ਮਹਾਰਾਜ ਚਾਹੁੰਦੇ ਆ ਵੀ ਚੰਦੂ ਪਾਪੀ ਕਿਤੇ ਇਹ ਨਾ ਜਾਣ ਲਵੇ ਵੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਬੇਅੰਤ ਬਰਕਤਾਂ ਹਨ, ਬੇਅੰਤ ਅਜਮਤ ਹੈ। ਪਰੇ ਫਲ ਹੈ ਸਗਰੀ ਦੇਹੀ। ਸੱਚੇ ਪਾਤਸ਼ਾਹ ਮਹਾਰਾਜ ਦੀ ਸਾਰੀ ਦੇਹੀ ਤੇ ਫੁਲੂਏ ਉੱਠ ਪਏ, ਕਿਉਂਕਿ ਜਦੋਂ ਮਾਸ ਸਾਧ ਸੰਗਤ ਜੀ ਝੜਦਾ ਨਾ ਤੇ ਹੱਡੀਆਂ ਦਿਸਣ ਲੱਗ ਪਈਆਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀਆਂ। ਫੇਰ ਨਹੀਂ ਪ੍ਰਤੀਤ ਉਪਾਵੈ। ਇਹ ਕੌਤਕ ਹਜ਼ੂਰ ਨੇ ਤਾਂ ਕੀਤਾ, ਕਵੀ ਜੀ ਕਹਿੰਦੇ ਕਿਤੇ ਚੰਦੂ ਨੂੰ ਭਰੋਸਾ ਨਾ ਆ ਜਾਵੇ ਵੀ ਸੱਚੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੜੇ ਹੈ ਉਹ ਪਰਮੇਸ਼ਰ ਹਨ, ਤੇ ਪਾਪੀਆਂ ਦੇ ਨਾਸ਼ ਕਰਨ ਵਾਸਤੇ ਫਿਰ ਪੂਰਨੇ ਕਿਵੇਂ ਪਾਵਾਂਗੇ। ਜਾਂ ਤੇ ਆਪਣੋ ਦੁੱਖ ਦਿਖਰਾਵੈ। ਇਸ ਲਈ ਸੱਚੇ ਪਾਤਸ਼ਾਹ ਜੀ ਜਾਣ ਬੁੱਝ ਕੇ ਸਾਰੇ ਸਰੀਰ ਤੇ ਫਲੂਏ ਤੇ ਮਾਸ ਪਿੰਜਨੀਆਂ ਦਾ ਲੈ ਗਿਆ, ਹੱਡ ਨਿਕਲੇ, ਆਪ ਹੀ ਮਹਾਰਾਜ ਨੇ ਜਣਾ ਦਿੱਤੇ, ਦੁੱਖ ਜਿਹਾ ਜਣਾ ਦਿੱਤਾ ਹੈ। ਰਹੇ ਜਾਮ ਲਗ ਠਾਡੇ ਉੱਪਰ। ਤੋ ਸਾਧ ਸੰਗਤ ਜੀ ਇੱਕ ਪੈਰ ਕਵੀ ਜੀ ਕਹਿੰਦੇ ਖੜੇ ਰਹੇ ਮਹਾਰਾਜ ਤਵੀ ਤੇ, ਕੁਝ ਨੇ ਬੈਠੇ ਦੱਸਿਆ। ਇੱਕ ਪੈਰ ਸੱਚੇ ਪਾਤਸ਼ਾਹ ਜੀ ਖੜੇ ਜਾਂ ਚੌਂਕੜਾ ਲਾ ਕਰਕੇ ਤਵੀ ਤੇ 3 ਘੰਟੇ ਬੈਠੇ ਰਹੇ ਹਨ, ਸਜੇ ਰਹੇ ਹਨ। ਪੁਨ ਉਤਰਾਏ ਥਿਰ ਗੁਰ ਭੂਪਰ। ਤੇ ਸੱਚੇ ਪਾਤਸ਼ਾਹ ਨੂੰ ਫਿਰ ਇਹਨੇ ਹੁਕਮ ਕਰਕੇ ਨਾ ਪਾਪੀ ਚੰਦੂ ਨੇ ਫਿਰ ਧਰਤੀ ਤੇ ਉਤਾਰ ਦਿੱਤਾ, ਲੋਹ ਤੋਂ ਉਠਵਾ ਦਿੱਤਾ ਹੈ। ਪਚਿਉਰ ਦੇ ਬਹੁ ਚਿਤ ਹੈ ਉਪਾਇਆ। ਤੇ ਮਨ ਵਿੱਚ ਚਿਤ ਵਧਾਇਆ ਚੰਦੂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਮਹਾਰਾਜ ਨੂੰ ਲੋਹ ਤੋਂ ਉਤਾਰ ਕੇ
ਮਨ ਵਿੱਚ ਬੜੇ ਫੁਰਨੇ ਫੁਰਦੇ ਹਨ। ਬੋਲਿਓ ਨਹੀਂ ਤਰਾਸ ਨਹਿ ਪਾਇਆ। ਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਬਾਬਤ ਸੋਚਦਾ ਹੈ ਵੀ ਇਹ ਬੋਲੇ ਹੀ ਨਹੀਂ ਅੱਜ, ਵੀ ਮੈਂ ਤਾਂ ਸੋਚਿਆ ਤਵੀ ਤੇ ਬਹਿ ਕੇ ਕਹਿਣਗੇ ਵੀ ਰਿਸ਼ਤਾ ਪ੍ਰਵਾਨ ਕਰ ਲੈਂਦੇ ਹਾਂ ਅਸੀਂ ਹਰਗੋਬਿੰਦ ਸਾਹਿਬ ਵਾਸਤੇ, ਪਰ ਅੱਜ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉੱਕਾ ਹੀ ਨਹੀਂ ਬੋਲੇ, ਨਾ ਹੀ ਇਹਨਾਂ ਥੋੜੇ ਮਾਤਰ ਮੌਤ ਦਾ ਡਰ ਪ੍ਰਾਪਤ ਕੀਤਾ ਹੈ। ਕੌਣ ਯਤਨ ਕਰ ਇਸੇ ਮਨਾਵਾ। ਫਿਰ ਮਨ 'ਚ ਬੜਾ ਦੁਖੀ ਹੋਇਆ ਚੰਦੂ, ਕਿਹੜਾ ਯਤਨ ਕਰਾਂ, ਕਿਹੜਾ ਉਦਮ ਕਰਾਂ, ਮੈਂ ਕਿਹੋ ਜੀ ਕੋਈ ਝਲੱਤ ਮਾਰਾਂ, ਕਾਰਜ ਕਰਾਂ ਜਿਹਦੇ ਨਾਲ ਗੁਰੂ ਅਰਜਨ ਦੇਵ ਜੀ ਮੰਨ ਜਾਵਣ। ਕੋ ਸੰਕਟ ਐਸੋ ਦਿਖਰਾਵਾ। ਵੀ ਮੈਂ ਇਹਨਾਂ ਨੂੰ ਹੁਣ ਇਦੋਂ ਵੱਡਾ ਹੋਰ ਕਿਹੜਾ ਤਸੀਹਾ ਦਿਆਂ ਜਿਹਦੇ ਨਾਲ ਮੇਰੇ ਅੱਗੇ ਝੁਕ ਜਾਣਗੇ। ਜਿਸ ਤੇ ਅਧਿਕ ਤਰਾਸ ਕੋ ਪਾਏ। ਇਹੋ ਜਿਹਾ ਕਿਹੜਾ ਤਸੀਹਾ ਦੇਵਾਂ, ਦੁੱਖ ਦੇਵਾਂ ਜਿਹਦੇ ਨਾਲ ਇਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਵੇ। ਬੋਲਹਿ ਤਤ ਛਿਨ ਮੌਨ ਹਟਾਏ। ਤੇ ਚੁੱਪ ਕਰ ਕੀਤੇ ਹੋਏ ਬੋਲ ਪੈਣ, ਇਹਨਾਂ ਦੇ ਮੁਖੋਂ ਸੀ ਨਿਕਲੇ, ਹਾਏ ਨਿਕਲੇ ਕੁਵਾਰੀ, ਇਹ ਮੂੰਹੋਂ ਕੁਝ ਬੋਲ ਪੈਣ। ਇਹੋ ਜਿਹਾ ਕਿਹੜਾ ਮੈਂ ਕੰਮ ਕਰਾਂ, ਕਿਹੜਾ ਤਸੀਹਾ ਦੇਵਾਂ। ਇਹ ਵੱਡ ਧਰਮੀ ਧਰਮ ਸੰਭਾਰੈ। ਇਹ ਤਾਂ ਬੜੇ ਵੱਡੇ ਧਰਮੀ ਬਣ ਕੇ ਆਪਦਾ ਧਰਮ ਸੰਭਾਲੀ ਬੈਠੇ ਆ, ਡੋਲੇ ਨਹੀਂ ਹਨ। ਪ੍ਰਾਣ ਜਾਤ ਲਾਉ ਨਹੀਂ ਨਿਵਾਰ। ਤੇ ਫਿਰ ਸੋਚਦਾ ਹੈ ਚੰਦੂ ਵੀ ਮੈਂ ਜਾਣਦਾ ਗੁਰੂ ਅਰਜਨ ਦੇਵ ਸਾਹਿਬ ਨੇ ਮੌਤ ਤੱਕ ਵੀ ਪ੍ਰਾਣ ਛੱਡ ਦੇਣਗੇ ਪਰ ਧਰਮ ਨਹੀਂ ਛੱਡਣਗੇ, ਨਿਭਣਗੇ ਨਹੀਂ ਮੇਰੇ ਅੱਗੇ। ਜਾਂ ਤੇ ਧਰਮ ਹਰਨ ਕੋ ਤਰਾਸਾ। ਇਸ ਕਰਕੇ ਧਰਮ ਨੂੰ ਛੱਡਣ ਦਾ ਜਿਹੜਾ ਡਰ ਹੈ, ਦਿਖਰਾਵਾ ਪੁਨ ਪੁਰਵਾ ਆਸਾ। ਵੀ ਕਿਹੜਾ ਡਰ ਵਿਖਾਵਾਂ ਮੈਂ ਗੁਰੂ ਅਰਜਨ ਦੇਵ ਨੂੰ ਆਪਦਾ ਧਰਮ ਛੱਡ ਦੇਣ ਤੇ ਮੇਰੇ ਮਨ ਦੀ ਰੀਝ ਪੂਰੀ ਹੋ ਜਾਵੇ। ਮੈਂ ਬਾਦਸ਼ਾਹ ਨੂੰ ਆਖਾਂ ਲਓ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਝੁਕਾ ਦਿੱਤਾ ਹੈ। ਇਮ ਨਿਸਚੇ ਕਰ ਮੂਰਖ ਮਾਨੀ। ਇਸ ਤਰ੍ਹਾਂ ਬਚਨ ਕਰਕੇ ਨਾ ਸਾਧ ਸੰਗਤ ਦੀ ਇਹ ਹੰਕਾਰ ਦੇ ਭਰੇ ਹੋਏ ਚੰਦੂ ਮੂਰਖ ਨੇ ਕਹੀ ਸਿਪਾਹਨ ਕੇ ਸੰਗ ਬਾਨੀ। ਆਪਣੇ ਸਿਪਾਹੀਆਂ ਨੂੰ ਕੋਲ ਸੱਦ ਕੇ ਫਿਰ ਇਹ ਬਚਨ ਕਰ ਦਿੱਤਾ ਵੈ, ਇੱਕ ਚੱਲ ਜਾਹੋ ਚੰਡਾਲਣ ਪਾਸ। ਵੀ ਤੁਹਾਡੇ ਚੋਂ ਇੱਕ ਜਣਾ ਜਾਓ ਜਿਹੜੇ ਕੋ ਚਾਮੜੀ ਹੁੰਦੇ ਆ, ਗਊਆਂ ਬੁੱਚੜਖਾਨੇ ਆਦਿਕ ਵੱਢਣ ਮਾਰਨ ਵਾਲੇ ਜਾਂ ਮਰੇ ਪਸ਼ੂ ਚੁੱਕਣ ਵਾਲੇ ਹੁੰਦੇ ਜੋ, ਆਜ ਭਈ ਕੋ ਗਊ ਬਿਨਾਸ। ਉਹਨਾਂ ਨੂੰ ਪੁੱਛੋ ਵੀ ਅੱਜ ਇੱਥੇ ਲਾਹੌਰ ਸ਼ਹਿਰ ਵਿੱਚ ਕੋਈ ਮਰੀ ਹੋਈ ਗਾਂ ਤੁਹਾਡੇ ਪਾਸ ਆਈ ਹੋਵੇ, ਤਿਸ ਕੋ ਚਰਮ ਉਤਾਰਤ ਲਿਆਵੋ। ਉਹਨਾਂ ਪਾਸ ਜੇ ਗਾਂ ਮਰੀ ਕੋਈ ਪਸ਼ੂ ਆਇਆ ਹੋਇਆ ਨਾ ਤੇ ਜਾਓ ਇੱਕ ਜਣਾ ਉਹ ਖਲ ਲਵਾ ਕੇ ਲਿਆਓ ਮਰੀ ਹੋਈ ਗਊ ਦੀ। ਸਭ ਸਰੀਰ ਇਸ ਕੋ ਮੜਵਾਵੋ। ਤੇ ਗੁਰੂ ਅਰਜਨ ਦੇਵ ਸਾਹਿਬ ਦਾ ਸਾਰਾ ਸਰੀਰ ਮਰੀ ਗਊ ਦੀ ਖਲ ਵਿੱਚ ਮੜਵਾ ਦਿਓ ਚੰਗੀ ਤਰ੍ਹਾਂ ਦੇ ਨਾਲ। ਸਤਿਗੁਰ ਸ਼੍ਰਵਣ ਸੁਨਾਏ ਬਖਾਨਾ। ਉੱਚੀ ਬੋਲਦਾ ਹੈ ਵੀ ਤਾਂ ਕਿ ਗੁਰੂ ਅਰਜਨ ਦੇਵ ਸਾਹਿਬ ਡਰ ਜਾਣ। ਬਾਕੀ ਇਹਦਾ ਇਹ ਖਿਆਲ ਸੀ ਵੀ ਗਊ ਦਾ ਮਾਸ 'ਚ ਲਪੇਟ ਕੇ ਮਹਾਰਾਜ ਦਾ ਧਰਮ ਭੰਗ ਕਰਾਂਗਾ ਮੈਂ, ਮਰੀ ਹੋਈ ਗਊ ਦੇ ਚਮੜੇ 'ਚ ਜਿਹੜਾ ਵੈ ਲਪੇਟ ਕੇ ਇਹਨਾਂ ਨੂੰ ਸੀਵਾਂਗਾ ਉਸ ਚਮੜੇ ਦੇ ਵਿੱਚ। ਇਹ ਚੰਦੂ ਦਾ ਖਿਆਲ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਧਰਮ ਜਿਹੜਾ ਮੈਂ ਇਹ ਮੇਰੇ ਡੋਲ ਜਾਣਗੇ। ਬਚਨ ਸੁਣ ਕੇ ਉੱਚੀ ਬੋਲ ਕੇ ਮਹਾਰਾਜ ਨੂੰ ਸੁਣਾਉਂਦਾ ਵੀ ਮਾਸ ਲਿਆਓ, ਗਊ ਦੀ ਖਲ ਲੈ ਕੇ ਆਓ, ਕੱਲ੍ਹ ਨੂੰ ਆਪਾਂ ਗੁਰੂ ਸਾਹਿਬ ਨੂੰ ਇਹ ਗਊ ਦੀ ਖਲ ਵਿੱਚ ਮੜ ਕੇ ਇਹਨਾਂ ਨੂੰ ਧਰਮ ਤੋਂ ਡਲਾਵਾਂਗੇ। ਭੋਰ ਹੋਤ ਲਿਆਵੋ ਇਸ ਥਾਨਾ। ਇੱਕ ਜਣਾ ਚਲਾ ਜਾਓ ਤੇ ਉਹ ਚਮੜਾ ਲਿਆਓ ਸੁਕਾ ਕੇ ਤੇ ਕੱਲ ਨੂੰ ਤੜਕੇ ਹੀ ਮੇਰੇ ਪਾਸ ਲੈ ਆਉਣਾ ਇੱਥੇ। ਬੈਠ ਨਿਕਟ ਦੁੱਖ ਦਿਓ ਮਹਾਨੋ। ਮੈਂ ਆਪ ਸਾਹਮਣੇ ਕੋਲ ਬਹਾ ਕੇ ਇਹਨਾਂ ਨੂੰ ਚਮੜੇ 'ਚ ਮੜਵਾਵਾਂਗਾ, ਭਾਰੀ ਦੁੱਖ ਦੇਵਾਂਗਾ। ਧਰਮ ਵਿਕਾਰ ਪ੍ਰਾਨ ਪੁਨਹਾਨੋ। ਇਹਨਾਂ ਦਾ ਧਰਮ ਵਿਗਾੜਾਂਗਾ, ਧਰਮ ਭ੍ਰਿਸ਼ਟ ਕਰਾਂਗਾ ਤੇ ਮੁੜ ਕੇ ਧਰਮ ਭ੍ਰਿਸ਼ਟ ਕਰਕੇ ਇਹਨਾਂ ਨੂੰ ਮਾਰ ਦੇਵਾਂਗਾ, ਪ੍ਰਾਣ ਜਾਨ ਲੈ ਲਵਾਂਗਾ। ਇਮ ਕਹਿ ਮੂਰਖ ਸਦਨ ਸਿਧਾਰਾ। ਇਸ ਤਰ੍ਹਾਂ ਕਹਿ ਕੇ ਸਾਧ ਸੰਗਤ ਜੀ ਹੁਣ ਮੂਰਖ ਚੰਦੂ ਕੀ ਜਾਣਦਾ ਹੈ, ਆਪਣੇ ਘਰ ਨੂੰ ਚਲਾ ਗਿਆ ਹੈ। ਕ੍ਰੋਧੀ ਕਪਟੀ ਵੱਡ ਹਥਿਆਰਾ। ਵੱਡਾ ਹਥਿਆਰਾ ਹੈ, ਪਾਪੀ ਹੈ, ਕਪਟੀ ਹੈ, ਬੜਾ ਕ੍ਰੋਧੀ ਹੈ, ਦੁਖੀ ਆਪ ਹੋਣ ਵਾਲਾ ਤੇ ਸੰਤਾਂ ਨਰਵੈਰਾਂ ਨਾਲ ਵੈਰ ਕਮਾਉਣ ਵਾਲਾ ਪਾਪੀ। ਸੋ ਦਿਨ ਗਇਓ ਬੀਤ ਨਿਸ ਆਈ। ਇਸ ਤਰ੍ਹਾਂ ਚੌਥਾ ਕਿ ਪੰਜਵਾਂ ਦਿਨ ਵੀ ਸਾਧ ਸੰਗਤ ਜੀ ਬੀਤ ਗਿਆ ਹੈ, ਰਾਤ ਪੈ ਗਈ ਹੈ। ਛਾਇਓ ਸਭ ਜਗ ਤਮ ਸਮੁਦਾਈ। ਰਾਤਰੀ ਹੋ ਗਈ ਹੈ, ਸਭ ਸੰਸਾਰ ਸੁੱਤਾ ਪਿਆ, ਅੱਧੀ ਕੁ ਰਾਤ ਦਾ ਸਮਾਂ ਹੈ। ਅਰਧ ਰਾਤ ਜਾਨੀ ਜਬ ਹੋਈ। ਇੱਧਰ ਚੰਦੂ ਦੀ ਨੂੰਹ ਨੇ ਜਦੋਂ ਜਾਣਿਆ ਵੀ ਸਭ ਬਰਾਜ ਗਏ ਹੋਣਗੇ, ਚੰਦੂ ਵਰਗੇ ਜਾਂ ਕੋਈ ਸਿਪਾਹੀ ਆਦਿਕ ਪਹਿਰਾ ਢਿੱਲਾ ਹੋਵੇਗਾ ਤੇ ਬਾਕੀ ਅੱਧੀ ਰਾਤ ਹੋਈ ਜਾਣੀ ਜਦੋਂ
ਤੇ ਚੰਦੂ ਦੀ ਨੂੰਹ ਨੇ ਮਨ ਵਿੱਚ ਖਿਆਲ ਕੀਤਾ ਹੈ। ਨੁਖਾ ਅਘੀ ਕੀ ਸੁਣ ਸੁਣ ਸੋਈ। ਇਹ ਸੁਣ ਕੇ ਨਾ ਸਾਰੀ ਗੱਲ ਵੀ ਅੱਜ ਮੇਰੇ ਸਹੁਰੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਛੱਡਿਆ 3 ਘੰਟੇ ਕਪਹਿਰ, ਤੇ ਕੱਲ ਨੂੰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਗਊ ਮਰੀ ਦੇ ਚਮਚ ਇਹਨਾਂ ਨੇ ਮੜਨਾ। ਸੁਣ ਕੇ ਬਹੁਤ ਦੁਖੀ ਹੋਈ ਏ। ਜਤ ਵਾਲੀ ਬਾਣੀ ਪੜ੍ਹਨ ਵਾਲੀ ਇਹ ਮਾਈ ਹੈ ਸੀ, ਤੇ ਆਪਦੇ ਸਹੁਰੇ ਨੂੰ ਬੜਾ ਵੱਡਾ ਮਲੇਸ਼ ਪਾਪੀ ਗਿਣਦੀ ਹੈ। ਸੰਕਟ ਮਹਾ ਪਾਏ ਕਰ ਰੋਈ। ਇਹ ਬਚਨ ਕੰਨੀ ਪਏ ਤੇ ਭੁੱਬਾਂ ਮਾਰ ਮਾਰ ਕੇ ਚੰਦੂ ਦੀ ਨੂੰਹ ਅੱਧੀ ਰਾਤ ਨੂੰ ਰੋਂਦੀ ਹਟਕੋਰੇ ਲੈਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨਾਲ ਕੀ ਹੋ ਰਿਹਾ ਜਿਸ ਘਰ ਵਿੱਚ ਮੈਂ ਵਿਆਹੀ ਹਾਂ। ਖਾਣ ਪਾਣ ਗੁਰ ਕਰਹਿ ਨ ਕੋਈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਸਾਡੇ ਪਰਿਵਾਰ ਸਹੁਰੇ ਪਰਿਵਾਰ ਵੱਲੋਂ ਦੁਖੀ ਕੀਤਾ ਜਾ ਰਿਹਾ, ਤਸੀਹੇ ਦਿੱਤੇ ਜਾ ਰਹੇ ਆ, ਕੁਝ ਖਾਣ ਨੂੰ ਪੀਣ ਨੂੰ ਨਹੀਂ ਦਿੱਤਾ ਜਾ ਰਿਹਾ। ਜਾਏ ਆਜ ਸੁਧ ਲੇਵਾ ਗੁਰ ਕੀ। ਕਿਉਂ ਨਾ ਮੈਂ ਇੱਕ ਵਾਰੀ ਫਿਰ ਜਾ ਕੇ ਅੱਜ ਤੱਤੀ ਤਵੀ ਤੇ ਹਜ਼ੂਰ ਨੂੰ ਸਾਰਾ ਦਿਨ ਇਹਨਾਂ ਨੇ ਬਿਠਾਇਆ ਇਹਨਾਂ ਨੇ, ਤੇ ਕਿਉਂ ਨਾ ਮੈਂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਆਵਾਂ, ਇੱਕ ਵਾਰੀ ਮਹਾਰਾਜ ਦਾ ਹਾਲ ਚਾਲ ਖਬਰ ਜ਼ਰੂਰ ਕਰਕੇ ਆਵਾਂ। ਕਰਹਿ ਕਹਾ ਸੁਨ ਹੋ ਸਭ ਉਰ ਕੀ। ਤੇ ਇਸ ਤਰ੍ਹਾਂ ਕਿਵੇਂ ਮੈਂ ਕਵਾਂ ਆਪਦੇ ਮਨ ਦੀ ਸਾਰੀ ਗੱਲ, ਜਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਜਾ ਕਰਕੇ ਮੈਂ ਖਬਰ ਲਵਾਂ, ਤੇ ਮਹਾਰਾਜ ਦੇ ਮਨ ਦੀ ਗੱਲ ਮੈਂ ਜ਼ਰੂਰ ਸੁਣ ਕੇ ਆਵਾਂ, ਕੁਝ ਆਪਣੇ ਮਨ ਦੀ ਗੱਲ ਕਹਿ ਲਵਾਂਗੀ। ਸਭ ਤੇ ਚੋਰੀ ਚੱਲ ਕਰ ਆਈ। ਇਹ ਵਿਚਾਰੀ ਅੱਧੀ ਰਾਤ ਨੂੰ ਸਾਧ ਸੰਗੀ ਸ਼ਰਬਤ ਭੋਜਨ ਲੈ ਕੇ ਅੱਧੀ ਰਾਤ ਸਾਰਿਆਂ ਤੋਂ ਚੋਰੀ ਚੱਲ ਕੇ ਆਈ ਹੈ। ਖਰੇ ਸਿਪਾਹੀ ਝਿੜਕ ਹਟਾਈ। ਜਦੋਂ ਸਿਪਾਹੀਆਂ ਨੇ ਵੇਖਿਆ ਆਉਂਦੀ ਨੂੰ ਤੇ ਝਿੜਕ ਮਾਰ ਕੇ ਪਿੱਛੇ ਹਟਾ ਦਿੱਤਾ ਹੈ। ਤਬ ਕੰਚਨ ਕੇ ਭੂਖਣ ਦੀਨ। ਇਹਨੇ ਨੂੰ ਫਿਰ ਬਾਈ ਨੂੰ ਪਤਾ ਸੀ, ਕਿਉਂਕਿ ਲਾਲਚੀ ਸੀ ਸਿਪਾਹੀ, ਅੱਗੇ ਵੀ ਲੰਘੀ 1-2 ਵਾਰੀ। ਇਸ ਬੀਬੀ ਨੇ ਆਪਣੇ ਗਹਿਣੇ ਉਤਾਰ ਕੇ ਸਿਪਾਹੀਆਂ ਨੂੰ ਦੇ ਦਿੱਤੇ ਹਨ, ਉਹਨਾਂ ਲੋਭੀਆਂ ਦੇ ਤਾਈਂ। ਅੰਤਰ ਬਰੀ ਦਰਸ ਗੁਰ ਕੀਨ। ਉਹਨਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ ਹੈ, ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਜਾ ਦਰਸ਼ਨ ਕੀਤੇ ਐ। ਹਾਥ ਜੋਰ ਤਬ ਖਰੀ ਵਿਚਾਰੀ। ਮੱਥਾ ਟੇਕ ਕੇ ਇਹ ਚੰਦੂ ਦੀ ਨੂੰਹ ਵਿਚਾਰੀ ਮਹਾਰਾਜ ਦੇ ਪਾਸ ਹੱਥ ਜੋੜ ਕੇ ਖੜ ਗਈ ਹੈ ਨਿਮਰਤਾ ਸਹਿਤ। ਮੈਂ ਅਪਰਾਧਨ ਪ੍ਰਭੂ ਤੁਮਾਰੀ। ਤੇ ਨੇਤਰਾਂ ਚੋਂ ਜਲ ਕੇਰਦੀ ਹੈ। ਸਤਿਗੁਰਾਂ ਦੇ ਸਰੀਰ ਦੀ ਹਾਲਤ ਸਾਧ ਸੰਗ ਦੀ ਹੱਡੀਆਂ ਦਿਸਦੀਆਂ ਮਹਾਰਾਜ ਦੇ ਪਿੰਜਣੀਆਂ ਦੀਆਂ, ਸਾਰਾ ਸਰੀਰ ਜਿਹੜਾ ਵੈ ਲੱਥਪੱਥ ਹੋਇਆ ਖੂਨ ਦੇ ਨਾਲ ਜਾਮਾ ਪਾਤਸ਼ਾਹ ਜੀ ਦਾ। ਵੇਖ ਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ ਸਿੱਖ ਸੇਵਕ ਇਹ ਬੀਬੀ ਰੋਣ ਲੱਗ ਪਈ। ਮਹਾਰਾਜ ਦੇ ਵੱਲ ਦਰਸ਼ਨ ਕੀਤੇ ਤੇ ਨੇਤਰਾਂ 'ਚੋਂ ਜਲ ਝਲਕਣ ਲੱਗ ਪਿਆ। ਭੁੱਬਾਂ ਮਾਰ ਮਾਰ ਕਹਿੰਦੀ, ਸੱਚੇ ਪਾਤਸ਼ਾਹ ਮੈਂ ਕਿੱਡੇ ਮਾੜੇ ਭਾਗਾਂ ਵਾਲੀ ਹਾਂ। ਪਾਤਸ਼ਾਹ ਮੈਂ ਤੁਹਾਡੇ ਮਹਾਰਾਜ ਹੈ ਇਸ ਹਾਲਤ ਦੀ ਭਾਗੀਦਾਰ ਹਾਂ, ਮੈਂ ਕਿੱਡੀ ਵੱਡੀ ਪਾਪਣ ਹਾਂ, ਤੁਹਾਡੀ ਗੁਨਾਹਗਾਰ ਹਾਂ। ਕਸ਼ਟ ਇਤੇ ਸੁਣ ਜੀਵਤ ਰਹੀ। ਕਿਉਂਕਿ ਮੈਂ ਉਸ ਪਾਪੀ ਦੀ ਨੂੰਹ ਹਾਂ ਜਿਹਨੇ ਤੁਹਾਡੀ ਆਹ ਹਾਲਤ ਕੀਤੀ ਹੈ। ਬਾਕੀ ਪਾਤਸ਼ਾਹ ਜੀ ਮੈਂ ਤੁਹਾਡੇ ਤੇ ਇੰਨੇ ਕਸ਼ਟ ਸੁਣ ਕੇ ਮਰ ਕਿਉਂ ਨਾ ਗਈ, ਮੈਂ ਜਿਉਂਦੀ ਫਿਰਦੀ ਹਾਂ। ਦੁਸ਼ਟ ਕੁਟੰਬ ਤਜਿਓ ਮੈਂ ਨਹੀਂ। ਮੈਂ ਕਿਉਂ ਇਹ ਦੁਸ਼ਟਾਂ ਦਾ ਪਰਿਵਾਰ ਕਿਉਂ ਨਾ ਛੱਡ ਕੇ ਪਰਲੋਕ ਚਲੀ ਗਈ, ਮੈਂ ਕਿਉਂ ਕੁਝ ਖਾ ਕੇ ਮਰ ਨਾ ਗਈ, ਮੈਨੂੰ ਮੌਤ ਕਿਉਂ ਨਾ ਆ ਗਈ। ਪਾਤਸ਼ਾਹ ਇਹਨਾਂ ਦੁਸ਼ਟਾਂ ਦੇ ਘਰ ਵਿੱਚ ਮੈਂ ਕਿਉਂ ਸਾਹ ਲੈ ਰਹੀ ਹਾਂ ਜਿਨ੍ਹਾਂ ਤੁਹਾਡੇ ਤੇ ਜ਼ੁਲਮ ਕੀਤਾ ਹੈ। ਚੱਲਹਿ ਨਹੀਂ ਕੁਛ ਮੇਰੋ ਚਾਰਾ। ਪਾਤਸ਼ਾਹ ਮੇਰਾ ਕੋਈ ਚਾਰਾ ਨਹੀਂ ਚੱਲਦਾ, ਮੇਰਾ ਕੋਈ ਵੀ ਮਹਾਰਾਜ ਜ਼ੋਰ ਨਹੀਂ ਪੈਂਦਾ ਹੈ। ਨਿਜ ਮਰਨੋ ਇੱਕ ਹਾਥ ਮਝਾਰਾ। ਮੈਂ ਤੁਹਾਡਾ ਮਹਾਰਾਜ ਕਿਵੇਂ ਬਚਾ ਕਰਾਂ, ਬਸ ਕੇਵਲ ਤੇ ਕੇਵਲ ਹਜ਼ੂਰ ਮੇਰੇ ਹੱਥ ਵਿੱਚ ਤਾਂ ਮੌਤ ਹੈ। ਮਰਨ ਤੇ ਮੇਰਾ ਜ਼ੋਰ ਚੱਲ ਸਕਦਾ ਹੈ, ਹੋਰ ਮੇਰਾ ਕਿਤੇ ਕੋਈ ਜ਼ੋਰ ਨਹੀਂ ਚੱਲਣਾ ਹੈ। ਸੁਣ ਸਤਿਗੁਰ ਬੋਲੇ ਸੁਖਦਾਇਕ। ਸੁਣ ਕੇ ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ ਜੀ ਬੋਲੇ ਐ। ਨਹੀਂ ਸੁਤਾ ਤੂੰ ਇਸ ਘਰ ਲਾਇਕ। ਏ ਧੀਏ ਪੁੱਤਰੀ ਤੂੰ ਇਸ ਘਰ ਦੇ ਲਾਇਕ ਨਹੀਂ, ਅਸਲ ਵਿੱਚ ਇਹ ਪਾਪੀਆਂ ਦੇ ਘਰ ਵਿੱਚ ਤੇਰਾ ਕੋਈ ਕਾਰਜ ਨਹੀਂ ਹੈ। ਭਈ ਪ੍ਰਭਾਤ ਕਰਹਿ ਤਬ ਤਿਆਰੀ। ਅੱਜ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਤੇ ਸਰੀਰ ਛੱਡਣ ਦੀ ਤੂੰ ਤਿਆਰੀ ਕਰ ਲਈ। ਸਣ ਕੇਸੀ ਇਸ਼ਨਾਨ ਕਰਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਹੈ। ਚੱਲੇ ਬੋ ਚਾਹੇ ਚੱਲ ਸੰਗ ਹਮਾਰੀ। ਤੇ ਅੱਜ ਸਾਡੇ ਨਾਲ ਹੀ ਅੰਮ੍ਰਿਤ ਵੇਲੇ ਦਿਨ ਚੜ੍ਹੇ, ਜਦੋਂ ਅਸੀਂ ਚਾਲਾ ਪਾਵਾਂਗੇ ਸੱਚਖੰਡ ਨੂੰ, ਤੂੰ ਸਣ ਕੇਸੀ ਇਸ਼ਨਾਨ ਕਰਕੇ ਤੇ ਨੇਤਰ ਬੰਦ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਤੇ ਤੂੰ ਸਾਡੇ ਵਿੱਚ ਹੀ ਆਣ ਮਿਲਣਾ, ਭੇਦ ਹੋ ਜਾਣਾ।
ਸਾਡੇ ਸਮੇਤ ਸੱਚਖੰਡ ਪਹੁੰਚ ਜਾਵੇਂਗੀ, ਜਾਂ ਅਸੀਂ ਤੈਨੂੰ ਇਸ ਪਾਪੀਆਂ ਦੇ ਘਰ ਤੋਂ ਮੁਕਤ ਕਰਾ ਕਰਕੇ ਲੈ ਜਾਣਾ ਹੈ। ਬੋਲੀ ਸੇਵ ਜਥਾ ਮੈਂ ਲਾਇਕ। ਆਖਿਆ ਸਤ ਬਚਨ ਮਹਾਰਾਜ, ਧੰਨ ਭਾਗ ਮੇਰੇ, ਮੈਨੂੰ ਐਡੀ ਸੇਵਾ ਦੇ ਲਾਇਕ ਸਮਝਿਆ ਤੁਸਾਂ ਨੇ। ਕਹਿ ਦੀਜੈ ਸੋ ਕਰਾਂ ਸੁਭਾਇਕ। ਜੋ ਤੁਸਾਂ ਨੇ ਮਹਾਰਾਜ ਕਹਿ ਦਿੱਤਾ ਮੈਂ ਜ਼ਰੂਰ ਸੁਤੇ ਸਿੱਧ ਕਰਾਂਗੀ, ਇਹੀ ਮੇਰਾ ਸੁਭਾਗ ਹੈ ਪਾਤਸ਼ਾਹ ਜੀਓ। ਕਿਰਪਾ ਕਰੀ ਅਬ ਮੋਹਿ ਬਤਾਵਾ। ਮਹਾਰਾਜ ਕਿਰਪਾ ਕੀਤੀ ਤੁਸਾਂ ਨੇ, ਜਿਵੇਂ ਮੈਨੂੰ ਕੁਝ ਦੱਸਿਆ ਹੈ ਉਸੇ ਤਰ੍ਹਾਂ ਮੈਂ ਸਣ ਕੇਸੀ ਇਸ਼ਨਾਨ ਕਰਕੇ ਤੇ ਜਪਜੀ ਸਾਹਿਬ ਦਾ ਪਾਵਨ ਜਾਪ ਕਰਕੇ ਆਪਣੇ ਪ੍ਰਾਣ ਤਿਆਗ ਦਿਆਂਗੀ ਅੰਮ੍ਰਿਤ ਵੇਲੇ। ਤਿਆਗਿਓ ਪ੍ਰਾਣ ਨ ਜੀਵਨ ਪਾਵਾ। ਮਹਾਰਾਜ ਤੁਹਾਡੀ ਆ ਹਾਲਤ ਵੇਖ ਕੇ ਪਾਪੀਆਂ ਦੇ ਘਰ ਵਿੱਚ ਮੈਨੂੰ ਜਿਉਣਾ ਨਹੀਂ ਪਾਉਂਦਾ, ਜਿਉਣਾ ਨਹੀਂ ਲੋੜਦਾ ਪਾਤਸ਼ਾਹ ਜੀ, ਮੈਂ ਪ੍ਰਾਣ ਤਿਆਗ ਦਿਆਂਗੀ, ਹੁਣ ਜਿਉਂਦੀ ਨਹੀਂ ਰਵਾਂਗੀ। ਤੁਹਾਡਾ ਇੱਥੋਂ ਸੰਸਾਰ ਤੋਂ ਮਹਾਰਾਜ ਗਿਆ, ਸੱਚਖੰਡ ਗਿਆ ਤੋਂ ਬਾਅਦ ਗਰੀਬ ਨਵਾਜ ਮੈਨੂੰ ਜਿਉਣਾ ਨਹੀਂ ਲੋੜਨਾ, ਚੰਗਾ ਨਹੀਂ ਲੱਗਣਾ ਹੈ। ਗੁਰ ਕਹਿ ਹਮਰੇ ਚਾਹ ਨ ਕੋਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਪਾਤਸ਼ਾਹ ਜੀ ਕਹਿੰਦੇ, ਪੁੱਤਰੀ ਸਾਡੀ ਹੋਰ ਕੋਈ ਇਸ ਤੋਂ ਇਲਾਵਾ ਇੱਛਾ ਚਾਹਨਾ ਨਹੀਂ ਹੈ। ਜਾਹੋ ਅਬੈ ਕਰ ਚਿਤੁਰਚ ਜੋਈ। ਇਹ ਪ੍ਰਸ਼ਾਦਾ ਤੇ ਜਲ ਕਹਿੰਦੀ ਛਕਣ ਨੂੰ, ਮਰ ਕਹਿੰਦੇ ਸਾਡੀ ਕੋਈ ਰੁਚੀ ਨਹੀਂ ਜਲ ਪਾਣ ਛਕਣ ਦੀ, ਇਸ ਕਰਕੇ ਹੁਣ ਤੂੰ ਜਾ ਤੇ ਜਾ ਕੇ ਜਿਵੇਂ ਤੈਨੂੰ ਆਖਿਆ ਹੈ ਉਸੇ ਕਾਰਜ ਸੇਵਾ ਦੇ ਵਿੱਚ ਆਪਣੀ ਰੁਚੀ ਪ੍ਰੇਮ ਵਿਖਾ। ਸੁਣ ਗਮਨੀ ਮ੍ਰਿਤ ਨਿਸਚੈ ਕਰਕੇ। ਇਹ ਸੁਣ ਕੇ ਨਾ ਇਹ ਚੰਦੂ ਦੀ ਨੂੰਹ ਮਹਾਰਾਜ ਦਾ ਸ਼ੁਕਰਾਨਾ ਕਰਦੀ ਹੋਈ ਵਾਪਸ ਮੁੜ ਗਈ। ਬੜਾ ਨਿਸ਼ਚਾ ਕੀਤਾ ਵੀ ਅੱਜ ਅੰਮ੍ਰਿਤ ਵੇਲੇ ਮੈਂ ਪ੍ਰਾਣ ਤਿਆਗ ਦੇਣੇ ਹਨ। ਕਿਆ ਫਲ ਪੈ ਹਾਂ ਪ੍ਰਾਨਣ ਧਰ ਕੇ। ਕੀ ਫਲ ਮਿਲੇਗਾ ਮੈਨੂੰ ਇੱਥੇ ਸਰੀਰ ਰੱਖ ਕੇ? ਇੱਥੇ ਤਾਂ ਚੰਦੂ ਵਰਗੇ ਸਹੁਰੇ ਪਾਪੀ ਦੀਆਂ ਗੱਲਾਂ, ਇਹਦਾ ਵਾਰ-ਵਾਰ ਮੂੰਹ ਵੇਖਣਾ ਪਵੇਗਾ। ਜਿਹਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਨ ਲੱਗਾ ਤਸੀਹੇ ਦਿੱਤੇ ਆ, ਇਹ ਪਾਪੀ ਦਾ ਮੂੰਹ ਵੇਖ ਕੇ ਮੈਨੂੰ ਕੀ ਫਲ ਮਿਲੇਗਾ? ਨਰਕਾਂ ਨੂੰ ਜਾਵਾਂਗੀ। ਇਹਦੇ ਨਾਲੋਂ ਚੰਗਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਜਿਹੜਾ ਹੈ ਉਹ ਮਨ ਕਰਕੇ ਮੈਂ ਸਰੀਰ ਤਿਆਗ ਦੇਵਾਂ। ਬੀਤੀ ਵਿਭਾਵਰ ਭਈ ਪ੍ਰਭਾਤੀ। ਇਧਰ ਸਾਧ ਸੰਗ ਜੀ ਰਾਤ ਬਤੀਤ ਹੋਈ ਹੈ, ਅੰਮ੍ਰਿਤ ਵੇਲਾ ਸੂਰਜ ਚੜ੍ਹਿਆ ਵੈ। ਬੈਠੇ ਰਹੇ ਗੁਰੂ ਤਿਸ ਭਾਂਤੀ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਉਸੇ ਤਰ੍ਹਾਂ ਹੀ ਚੌਂਕੜੇ ਵਿੱਚ ਸਜੇ ਹੋਏ ਹਨ। ਸਗਰੇ ਨਗਰ ਭਰਿਓ ਬਾਡਰੌਰਾ। ਇਧਰ ਹੁਣ 5 4 6 ਦਿਨ ਹੋ ਚੱਲੇ ਜਾਣੋ ਵੀ ਗੁਰੂ ਅਰਜਨ ਦੇ ਪਾਤਸ਼ਾਹ ਦੀ ਸੰਗਤ ਨੂੰ ਲੱਭ ਨਹੀਂ ਰਹੇ ਕਿਸੇ ਪਾਸੇ। ਸਾਰੇ ਲਾਹੌਰ ਸ਼ਹਿਰ ਵਿੱਚ ਸਿੱਖਾਂ ਵਿੱਚ ਬੜਾ ਹਾਹਾਕਾਰ ਰੌਲਾ ਮਚਿਆ ਹੋਇਆ ਹੈ। ਘਰ ਘਰ ਦਰ ਦਰ ਠੌਰਹਿ ਠੌਰਾ। ਸਿੱਖ ਵਿਚਾਰੇ ਥਾਂ ਥਾਂ ਬਾਹਰ ਉਜਾੜ ਵਿੱਚ, ਇੱਥੇ ਘਰਾਂ ਵਿੱਚ, ਧਰਮਸ਼ਾਲਾ ਵਿੱਚ, ਥਾਂ ਥਾਂ ਕੋਨਾ ਕੋਨਾ ਸ਼ਹਿਰ ਦਾ ਛਾਣ ਮਾਰਿਆ, ਪਰ ਸਤਿਗੁਰੂ ਕਿਤੇ ਮਿਲੇ ਨਹੀਂ ਹਨ। ਬਾਰ ਬਾਰ ਤਿਸ ਪੌਰ ਅਗਾਰੀ। ਵਿਚਾਰੇ ਹੁਣ ਪਤਾ ਸ਼ੱਕ ਪੈ ਗਿਆ ਸਾਰਿਆਂ ਨੂੰ ਵੀ ਚੰਦੂ ਦੇ ਘਰ ਹੀ ਹੈ ਮਹਾਰਾਜ, ਤੇ ਵਾਰ-ਵਾਰ ਸਿੱਖ ਸੰਗਤਾਂ ਕਣਸੋਜ ਹੀ ਲੈਂਦੀਆਂ ਚੰਦੂ ਦੀ ਡਿਉੜੀ ਵਾਲੇ ਪਾਸੇ ਜਾਂਦੀਆਂ ਹਨ। ਫਿਰ ਫਿਰ ਜਾਤ ਨਿਹਾਰ ਨਿਹਾਰੀ। ਕੰਧਾਂ ਚੋਂ ਅੱਡੀਆਂ ਜੀਆਂ ਚੁੱਕ ਚੁੱਕ ਕੇ ਵੇਖਦੇ ਵੀ ਕੁਝ ਦਿਸਦਾ ਹੋਵੇ, ਉੱਚੀਆਂ ਕੰਧਾਂ ਚੋਂ ਦਿਸਿਆ ਕੁਝ ਨਾ, ਤੇ 4 ਚਫੇਰੇ ਚੰਦੂ ਦੀ ਹਵੇਲੀ ਦੇ ਲਾਹੌਰ ਦੇ ਸਿੱਖ ਗੇੜੇ ਮਾਰਦੇ ਹਨ। ਨਿਸ ਦਿਨ ਰਹਿ ਇੱਕ ਵਾਰ ਅਸੰਜਤ। ਤੇ ਸੋਚਦੇ ਆ ਵੀ ਕੋਈ ਤਾਂ ਕਾਰਨ ਹੈ। ਦਿਨ ਰਾਤ ਅੱਜ 5 6 ਦਿਨ ਹੋ ਗਏ, ਅੱਗੇ ਨਹੀਂ ਕਦੇ ਐ ਹੋਇਆ ਚੰਦੂ ਦੀ ਹਵੇਲੀ ਦੇ ਬੂਹੇ ਬੰਦ ਹੀ ਰਹਿੰਦੇ ਆ। ਚੰਦੂ ਦੀ ਡਿਉੜੀ ਕਿੰਨੇ ਦਿਨਾਂ ਤੋਂ ਬੰਦ ਹੋ ਰਹੀ ਹੈ। ਬਾਛਤ ਚਿਤ ਕਿਮ ਹੋਏ ਸੁਪੰਜਤ। ਤੇ ਇਹ ਮਨ ਵਿੱਚ ਸੋਚਦੇ ਆ ਵੀ ਕਿਵੇਂ ਕੋਈ ਤਰਕੀਬ ਲੜਾਈਏ ਵੀ ਡਿਉੜੀ ਦੇ ਦਰਵਾਜ਼ੇ ਖੁੱਲ੍ਹ ਜਾਣ ਤੇ ਜਾਂ ਟੁੱਟ ਜਾਣ, ਜਾਂ ਦਰਵਾਜ਼ੇ ਭੰਨ ਦਈਏ ਤੇ ਜਾਂ ਖੁੱਲ੍ਹ ਜਾਣ ਦਰਵਾਜ਼ੇ, ਅਸੀਂ ਵੇਖੀਏ ਵੀ ਅੰਦਰ ਕੀ ਹੋ ਰਿਹਾ ਹੈ। ਕਿਆ ਇਹ ਕਰਹਿ ਲਖੀ ਨਹਿ ਜਾਈ। ਹੁਣ ਜਾਣਿਆ ਨਹੀਂ ਜਾਂਦਾ ਵੀ ਅੰਦਰ ਸਤਿਗੁਰਾਂ ਦੇ ਨਾਲ ਜਾਂ ਦਰਵਾਜ਼ੇ ਭੇੜ ਕੇ 5 6 ਦਿਨ ਤੋਂ ਚੰਦੂ ਪਾਪੀ ਕੀ ਕਰ ਰਿਹਾ ਹੈ। ਵਹਿਰ ਗੁਰੂ ਨਿਕਸੇ ਨ ਕਦਾਈ। ਤੇ ਬਾਹਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਨਿਕਲੇ ਹੀ ਨਹੀਂ ਕਦੇ, ਹੁਣ ਕਿੰਨੇ ਦਿਨ ਹੋ ਚੱਲੇ ਹਨ। ਪੰਚਹ ਸਿੱਖ ਨਹੀਂ ਪੁਨ ਹੇਰੇ। ਨਾ ਹੀ ਸਾਨੂੰ ਕਿਤੇ 5 ਸਿੱਖ ਬਾਬਾ ਬਿਧੀ ਚੰਦ ਪੈੜਾ ਪੁਰਾਣਾ ਵਰਗੇ ਗੁਰਮੁਖ ਦਿਸਦੇ ਆ। ਜਿਹੜੇ ਮਹਾਰਾਜ ਦੇ ਨਾਲ ਆਏ ਸੀ ਉਹ ਸਿੱਖ ਵੀ ਗਾਇਬ ਹੈ,
ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਕਿਸੇ ਨੂੰ ਦਿਸੇ ਨਹੀਂ 5 ਦਿਨ ਤੋਂ। ਭਏ ਕਹਾਂ ਬਚ ਸੁਨੇ ਸੁਨੇ ਨਾ ਫੇਰੇ। ਤੇ ਇਸ ਤਰ੍ਹਾਂ ਨਾ ਕਿਤੇ ਮਹਾਰਾਜ ਦੇ ਬਚਨ ਸੁਣੇ ਐ, ਨਾ ਕਿਤੇ ਸੱਚੇ ਪਾਤਸ਼ਾਹ ਜੀ ਲੱਭਿਆਂ ਲਭਾਇਆ ਸਾਨੂੰ ਦਿਸੇ ਹਨ। ਦੁਰ ਦੁਰ ਮਿਲਹਿ ਕਰਹਿ ਗੁਰ ਬਾਤ। ਤੇ ਇਸ ਤਰ੍ਹਾਂ ਸਾਧ ਸੰਗਤ ਦੀ ਸੰਗਤ ਨਾਲ ਇੱਕ ਦੂਜੇ ਦੇ ਘਰੀ 2-4 ਸਿੱਖ ਇਕੱਠੇ ਹੋ ਗਏ, ਕਦੇ ਕਿਸੇ ਘਰੇ ਲੁਕ ਲੁਕ ਕੇ ਵਿਚਾਰੇ ਮਹਾਰਾਜ ਦੀਆਂ ਗੱਲਾਂ ਕਰਦੇ ਆ, ਚੋਰੀ ਚੋਰੀ ਇਸ ਹਕੂਮਤ ਤੋਂ ਡਰਦੇ ਹਨ। ਕਰਹਿ ਪਾਤ ਕੀ ਕਿਆ ਉਤਪਾਤ। ਤੇ ਗੱਲਾਂ ਕਰਦੇ ਵੀ ਹੁਣ ਖਰੇ ਚੰਦੂ ਪਾਪੀ 5 ਦਿਨ ਹੋ ਚੱਲੇ ਐ, ਸਤਿਗੁਰਾਂ ਨਾਲ ਕਿੰਨਾ ਵੈਰ ਕਰਦਾ ਹੈ। ਸੁਣਿਆ ਵੀ ਮਹਾਰਾਜ ਨੂੰ ਹਵੇਲੀ 'ਚ ਲੈ ਗਿਆ ਆਪਦੀ ਵਿੱਚ, 5 ਦਿਨ ਹੋ ਚੱਲੇ, ਖਰੇ ਸੱਚੇ ਪਾਤਸ਼ਾਹ ਦੇ ਨਾਲ ਕੀ ਕੀਤਾ ਹੋਵੇਗਾ। ਜਬ ਕੋ ਅੰਤਰ ਲੈ ਪਰਵੇਸਾ। ਵੀ ਕੀ ਆ ਮਹਾਰਾਜ ਨੂੰ ਕਿੰਨੇ ਦੁੱਖ ਤਸੀਹੇ ਦਿੱਤੇ ਪਾਪੀ ਚੰਦੂ ਨੇ, ਜਦੋਂ ਦਾ ਮਹਾਰਾਜ ਨੂੰ ਲੈ ਕੇ ਘਰ ਵਿੱਚ ਵੜਿਆ, ਡਿਉੜੀ ਵਿੱਚ ਵੜਿਆ ਹੈ। ਕਿਮ ਕਲੇਸ਼ ਦੇ ਸੁਨਿਓ ਨਾ ਲੇਸਾ। ਵੀ ਕਿੰਨਾ ਕੁ ਕਲੇਸ਼ ਦਿੱਤਾ ਮਹਾਰਾਜ ਨੂੰ, ਕਿੰਨੇ ਕੁ ਦੁੱਖ ਦਿੱਤੇ, ਅਸੀਂ ਤਾਂ ਇਹ ਵੀ ਨਹੀਂ ਸੁਣਿਆ ਅਜੇ ਤੱਕ ਵੀ ਕੀਤਾ ਇਹਨੇ ਕੀ ਆ ਮਹਾਰਾਜ ਦੇ ਨਾਲ। ਇੰਨਾ ਹੀ ਪਤਾ ਲੱਗਿਆ ਵੀ ਮਹਾਰਾਜ ਚੰਦੂ ਦੇ ਘਰ ਹਵੇਲੀ 'ਚ ਹੈ, ਪਰ ਚੰਦੂ ਨੇ ਕੀਤਾ ਕੀ ਉੱਥੇ, ਕੀ ਮਹਾਰਾਜ ਨੂੰ ਦੁੱਖ ਦਿੱਤੇ ਹੈ, ਇਸ ਗੱਲ ਦੀ ਸਾਨੂੰ ਖਬਰ ਨਹੀਂ ਲੱਗ ਰਹੀ ਹੈ। ਬਸ ਨਹਿ ਚੱਲਹਿ ਜਤਨ ਕੁਛ ਹੋਏ ਨਾ। ਸਾਡਾ ਕੋਈ ਵਸ ਚੱਲਦਾ ਨਹੀਂ ਤੇ ਯਤਨ ਵੀ ਕੋਈ ਹੋਰ ਹੋ ਨਹੀਂ ਰਿਹਾ ਹੈ। ਸਾਹੋ ਸਮੀਪੀ ਜੁਤ ਟਿਕ ਕੋਏ ਨਾ। ਹੁਣ ਤਾਂ ਕੋਈ ਹੈ ਨਹੀਂ ਜਿਹੜਾ ਬਾਦਸ਼ਾਹ ਵਰਗਾ ਉਹਦੇ ਕੋਲ ਜਾ ਕੇ ਅਪੀਲ ਕਰ ਲਈਏ, ਇੱਥੇ ਚੰਦੂ ਨੇ ਕਿਸੇ ਦੀ ਕੀ ਸੁਣਨੀ ਹੈ। ਧਰਮਸ਼ਾਲਾ ਮਿਲ ਮਿਲ ਪਛਤਾਵੈ। ਇਸ ਤਰ੍ਹਾਂ ਧਰਮਸ਼ਾਲਾ ਵਿੱਚ ਵੀ ਸੰਗਤਾਂ ਸਵੇਰੇ ਸ਼ਾਮ ਜਦੋਂ ਮੱਥਾ ਟੇਕਦੀਆਂ, ਕਥਾ ਕੀਰਤਨ ਕਰਦੀਆਂ ਤੇ ਪਛਤਾਉਂਦੀਆਂ ਹਨ। ਨਹਿ ਦਿਨ ਮਹਿ ਵਿਵਹਾਰ ਚਲਾਵੈ। ਦਿਨੇ ਵੀ ਉਹਨਾਂ ਦਾ ਕੋਈ ਕਾਰ ਵਿਹਾਰ ਨਹੀਂ ਚੱਲਦਾ, ਕੰਮ ਕਰਨ ਨੂੰ ਜੀ ਕਿੱਥੇ ਕਰਦਾ ਹੈ। ਜਿਨ੍ਹਾਂ ਦੇ ਗੁਰੂ ਨਾਲ ਲੱਭ ਰਹੇ ਹੁਣ ਸੱਚੇ ਪਾਤਸ਼ਾਹ ਮਹਾਰਾਜ ਨਾਲ ਪ੍ਰੇਮ ਹੈ ਸਿੱਖਾਂ ਦਾ, ਤੇ ਕੰਮਕਾਰ ਵਿੱਚ ਵੀ ਕੋਈ ਚਿੱਤ ਨਹੀਂ ਲੱਗਦਾ। ਕੰਮਕਾਰ ਸਿੱਖਾਂ ਨੇ ਸਾਰੇ ਛੱਡ ਦਿੱਤੇ ਹੈ, ਸਾਰਾ ਦਿਨ ਦੁਖੀ ਹੋਏ ਲੱਭਦੇ ਰਹਿੰਦੇ ਹਨ। ਖਾਨ ਪਾਨ ਰੁਚ ਤੇ ਨਹਿ ਕਰੇ। ਸਾਧ ਸੰਗਤ ਜੀ ਇਹੋ ਜਿਹਾ ਸਮਾਂ ਆ ਗਿਆ, ਲਾਹੌਰ ਦੇ ਸਿੱਖਾਂ ਦੇ ਘਰੇ ਅੱਗ ਬਲਣੋਂ ਹਟ ਗਈ। ਸਿੱਖਾਂ ਨੇ ਘਰਾਂ ਵਿੱਚ ਅੱਗ ਵੀ ਪਾਉਣੀ ਛੱਡ ਦਿੱਤੀ, ਅੰਨ ਵੀ ਪਕਾਉਣਾ ਛੱਡ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਹੈ। ਸਤਿਗੁਰ ਪਾਪੀ ਕੇ ਬਸ ਪਰੇ। ਮਨ 'ਚ ਸੋਚਦੇ ਗੱਲਾਂ ਕਰਦੇ ਐ ਵੀ ਸਤਿਗੁਰੂ ਸਾਡੇ ਪਾਤਸ਼ਾਹ ਜੀ ਤਾਂ ਪਾਪੀ ਚੰਦੂ ਦੇ ਵਸ ਵਿੱਚ ਪਏ ਹੋਏ ਐ। ਚਿਰੰਕਾਲ ਕੋ ਦ્વੈਸ ਕਰੰਤਾ। ਇਹ ਪਾਪੀ ਸਲੱਗ ਨਹੀਂ ਗਾ, ਬੜੇ ਸਮੇਂ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਦਾ ਹਰਗੋਬਿੰਦ ਸਾਹਿਬ ਦੇ ਰਿਸ਼ਤੇ ਦਾ ਜਵਾਬ ਦਿੱਤਾ ਹੈ ਨਾ, ਇਹ ਪਾਪੀ ਚੰਦੂ ਸੁਣਿਆ ਉਦੋਂ ਦਾ ਮਹਾਰਾਜ ਨਾਲ ਈਰਖਾ ਕਰਦਾ, ਵੈਰ ਕਰਦਾ ਹੈ। ਨਿਕਟ ਮੁਗਲ ਚੁਗਲੀ ਉਗਲੰਤਾ। ਸਾਰਾ ਕੀਤਾ ਧਰਾਇਆ ਇਸੇ ਦਾ ਹੀ ਹੈ। ਬਾਦਸ਼ਾਹ ਜਹਾਂਗੀਰ ਦੇ ਪਾਸ ਰੋਜ਼ ਹੀ ਮਹਾਰਾਜ ਦੀ ਚੁਗਲੀ ਉਗਲਦਾ ਸੀ, ਬੜਾ ਭੌਂਕਦਾ ਸੀਗਾ। ਸਤਿਗੁਰ ਨਾਤਾ ਲੇਹ ਨ ਕਬੈ। ਸੱਚੇ ਪਾਤਸ਼ਾਹ ਜੀ ਜੋ ਮਰਜ਼ੀ ਕਰ ਲਵੇ, ਚੰਦੂ ਪਾਪੀ ਕਦੇ ਵੀ ਇਸ ਪਾਪੀ ਦਾ ਰਿਸ਼ਤਾ ਨਹੀਂ ਲੈਣਗੇ, ਕਿਉਂਕਿ ਮਹਾਰਾਜ ਸੰਗਤ ਨੂੰ ਸਦਾ ਮੁਖੀ ਰੱਖਦੇ ਆ। ਦਿੱਲੀ ਦੀ ਸੰਗਤ ਦਾ ਲਿਹਾਜ਼ ਕਰਨਗੇ ਸੱਚੇ ਪਾਤਸ਼ਾਹ ਜੀ। ਇਹ ਮਨ ਬਾਵਤ ਲਈ ਲਖੀਅਤ ਅਬੈ। ਪਰ ਸਾਨੂੰ ਲੱਗਦਾ ਵੀ ਜਿਹੜਾ ਮਹਾਰਾਜ ਨੇ ਰਿਸ਼ਤੇ ਤੋਂ ਨਾ ਕੀਤੀ ਆ ਨਾ, ਸਿੱਖ ਲਾਹੌਰ ਵਾਲੇ ਕਹਿੰਦੇ ਵਿਚਾਰੇ ਕਿਆਸ ਲਾਉਂਦੇ ਆ ਵੀ ਜਿਹੜੀ ਮਹਾਰਾਜ ਨੇ ਰਿਸ਼ਤੇ ਤੋਂ ਨਾ ਕੀਤੀ ਆ, ਚੰਦੂ ਤਾਂ ਹੀ ਮਹਾਰਾਜ ਨੂੰ ਹਵੇਲੀ 'ਚ ਲੈ ਕੇ ਗਿਆ। ਇਹ ਸੱਚੇ ਪਾਤਸ਼ਾਹ ਮਹਾਰਾਜ ਤੋਂ ਹੁਣ ਰਿਸ਼ਤਾ ਮਨਵਾਉਣ ਨੂੰ ਫਿਰਦਾ ਹੈ, ਤੰਗ ਕਰਕੇ, ਦੁਖੀ ਕਰਕੇ। ਹਠ ਕੋ ਤਿਆਗਹਿ ਲੇਹ ਸਗਾਈ। ਵੀ ਮੈਂ ਦੁਖੀ ਕਰੂੰਗਾ, ਤਸੀਹੇ ਦੇਵਾਂਗਾ ਤੇ ਮਹਾਰਾਜ ਹਾਟ ਛੱਡ ਕੇ ਤੇ ਮੇਰੀ ਧੀ ਦਾ ਰਿਸ਼ਤਾ ਲੈ ਲੈਣਗੇ। ਇਹੀ ਬਾਤ ਆਛੇ ਬਨ ਆਈ। ਤੇ ਇਹੀ ਗੱਲ ਚੰਦੂ ਦੇ ਮਨ 'ਚ ਵੀ ਅੱਛੀ ਬਣ ਆਉਂਦੀ ਵੀ ਇਹੀ ਕਾਰਨ ਹੈ। ਸਿੱਖਾਂ ਨੂੰ ਹੁਣ ਕਾਰਨ ਪਤਾ ਲੱਗ ਗਿਆ, ਕਿਉਂਕਿ ਚੰਦੂ ਕਹਿੰਦਾ ਸੀ ਮੈਂ ਸੇਵਾ ਕਰਨੀ ਮਹਾਰਾਜ ਦੀ ਘਰੇ ਲਿਜਾ ਕੇ, ਇਸ ਬਹਾਨੇ ਨਾਲ ਲੈ ਕੇ ਆਇਆ। ਪਰ ਸਿੱਖਾਂ ਨੂੰ ਹੁਣ ਪਤਾ ਲੱਗ ਗਿਆ ਇਸ ਗੱਲ ਦਾ ਵੀ ਜਿਹੜੀ ਸਗਾਈ ਤੋਂ ਜਵਾਬ ਦਿੱਤਾ ਹੈ ਨਾ, ਉਹ ਰਿਸ਼ਤਾ ਛੱਡਿਆ ਹੈ। ਚੰਦੂ ਪਾਪੀ ਤਾਂ ਮਹਾਰਾਜ ਨੂੰ ਘਰ ਲੈ ਕੇ ਗਿਆ ਹੈ ਵੀ ਉੱਥੇ ਜਾ ਕੇ ਤਸੀਹੇ ਦੇ ਕੇ ਤੇ ਰਿਸ਼ਤਾ ਮਨਵਾਵਾਂਗਾ। ਸਿੱਖਾਂ ਜਾਣਿਆ ਵੀ ਇਹੀ ਬਾਤ ਆਛੇ ਬਣ ਆਈ, ਬਿਲਕੁਲ ਇਹੀ ਗੱਲ ਬਣ ਆਈ ਹੈ, ਇਸੇ ਤਰ੍ਹਾਂ ਹੀ ਹੋਇਆ ਹੋਵੇਗਾ। ਸਾਡਾ ਕਿਆਸ ਬਿਲਕੁਲ ਠੀਕ ਹੈ। ਤੋ ਸਾਧ ਸੰਗਤ ਜੀ ਇਸ ਤਰ੍ਹਾਂ ਇਹ ਸਾਰੇ ਸਿੱਖ ਰਲ ਮਿਲ ਕਰਕੇ ਮਹਾਰਾਜ ਨੂੰ ਕਦੇ ਲੱਭਦੇ ਆ, ਪਰ ਹੁਣ ਗਿਆਨ ਹੋ ਗਿਆ ਵੀ ਮਹਾਰਾਜ ਕਿਤੇ ਨਹੀਂ ਚੰਦੂ ਦੀ ਡਿਉੜੀ 'ਚ ਹੈ, ਤੇ ਚੰਦੂ ਪਾਪੀ ਬਸ ਉਹੀ ਆਪਦਾ ਰਿਸ਼ਤਾ ਮਨਾਉਣ ਦੀ ਖਾਤਰ ਸਾਰਾ ਕੁਝ ਕਰ ਰਿਹਾ, ਮਹਾਰਾਜ ਦੇ ਨਾਲ ਈਰਖਾ ਵੈਰ ਕਰਦਾ ਹੈ।
ਤੋ ਇਹ ਸਾਧ ਸੰਗਤ ਜੀ ਅੱਗੇ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਸੱਚਖੰਡ ਚਾਲਾ ਮਾਰਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ। ਇਧਰ ਚੰਦੂ ਦੀ ਨੂੰਹ ਨੇ ਵੀ ਸਾਧ ਸੰਗਤ ਜੀ ਮਹਾਰਾਜ ਤੋਂ ਕੁਝ ਸਮਾਂ ਪਹਿਲਾਂ ਪ੍ਰਾਣ ਤਿਆਗ ਦਿੱਤੇ ਸਨ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਸੱਚਖੰਡ ਗਵਨ ਕਰਨ ਦਾ ਜਿਹੜਾ ਪ੍ਰਸੰਗ ਹੈ ਉਹ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਗਰੀਬ ਨਵਾਜ ਆਪ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰ ਨਾਤਾ ਲੇਹ ਨ ਕਬੈ, ਇਹ ਮਨ ਬਾਵਤ ਲਖੀਅਤ ਜਾਵੈ। ਹਠ ਕੋ ਤਿਆਗਹਿ ਲੇਹ ਸਗਾਈ, ਇਹੀ ਬਾਤ ਆਛੇ ਬਨ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।